हाँ जी, सो स्टार्ट करते ਆਪਾਂ ਨੈਕਸਟ ਅੱਜ ਦਾ ਟੌਪਿਕ। ਠੀਕ ਹੈ, ਦੇਖੋ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਸੀਂ ਬੇਸਿਕ ਮੈਥਸ ਤੇ ਸੀਗੇ ਫਿਲਹਾਲ ਹਜੇ। ਠੀਕ ਹੈ, ਬੇਸਿਕ ਮੈਥਸ 'ਚ ਪਹਿਲਾਂ ਤਾਂ ਮੈਂ ਤੁਹਾਨੂੰ ਐਕਸ ਵਾਲੀਆਂ ਇਕੁਏਸ਼ਨ ਸੋਲਵ ਕਰਾਈਆਂ, ਫਿਰ ਮੈਂ ਤੁਹਾਨੂੰ ਕਰਾਈਆਂ ਐਕਸ ਤੇ ਵਾਈ ਵਾਲੀਆਂ ਇਕੁਏਸ਼ਨ ਸੋਲਵ, ਜਿਹਦੇ 'ਚ ਮੈਂ ਇਹ ਦੱਸਿਆ ਸੀ ਕਿ ਜੇ 2x + 3y ਬਰਾਬਰ ਹੈ 45 ਹੋਵੇ ਤੇ x - y = 14 ਹੋਵੇ ਤੇ ਐਕਸ ਵਾਈ ਕਿਵੇਂ ਸੋਲਵ ਕਰੀਦਾ। ਇਹਦੀ ਜ਼ਰੂਰਤ ਸਾਨੂੰ ਸਭ ਤੋਂ ਵੱਧ ਉਦੋਂ ਪਤਾ ਲੱਗੀ ਆ ਜਦੋਂ ਅਸੀਂ ਨੈਬ ਤਹਿਸੀਲਦਾਰ ਦਾ ਪੇਪਰ PPSC ਦਾ ਪੇਪਰ ਦੇਖ ਲਿਆ। ਉਸ ਤੋਂ ਬਾਅਦ ਸਾਨੂੰ ਇੱਕ ਗੱਲ ਸਾਫ਼ ਤੇ ਸਪਸ਼ਟ ਕਲੀਅਰ ਪਤਾ ਲੱਗ ਗਈ ਕਿ PPSC ਤਾਂ ਕਿਸੇ ਪ੍ਰਕਾਰ ਦੇ ਸ਼ਾਰਟਕਟ ਨੂੰ ਚੱਲਣ ਹੀ ਨਹੀਂ ਦਊਗੀ। ਠੀਕ ਆ, ਸਭ ਤੋਂ ਬੁਰਾ ਹਾਲ ਉਹਨਾਂ ਦਾ ਹੋਇਆ ਜਿਹੜੇ ਸ਼ਾਰਟਕਟ ਨਾਲ ਮੈਥ ਦੇ ਸਾਰੇ ਚੈਪਟਰ ਕਰਨ ਦਾ ਦਾਅਵਾ ਕਰਦੇ ਸੀ ਤੇ ਪੇਪਰ 'ਚ ਜਾ ਕੇ ਮੈਥ ਹੋਰ ਤਾਂ ਹੋਰ ਯਾਰ, ਜਦੋਂ ਇੱਕ ਬੰਦਾ ਜਿਹੜਾ ਮੈਥ 'ਚ ਆਪਣੇ ਆਪ ਨੂੰ ਤਕਰੀਬਨ ਮਾਸਟਰ ਮੰਨਦਾ ਹੋਵੇ ਤੇ ਉਹ ਆ ਕੇ ਇਹ ਗੱਲ ਕਵੇ ਕਿ ਮੈਥ ਦਾ ਇੱਕ ਵੀ ਸਵਾਲ ਨਹੀਂ ਨਿਕਲਿਆ, ਇਟ ਮੀਨਸ ਪੇਪਰ ਪਾਉਣ ਵਾਲਾ ਵੀ ਸਹੁੰ ਖਾ ਕੇ ਬੈਠਾ ਸੀ ਕਿ ਕਰਕੇ ਦਿਖਾ। ਉਸ ਤੋਂ ਬਾਅਦ ਭਾਵੇਂ ਇਹ ਤੁੱਕੇ ਬਹਾਨੇ ਮਾਰ ਲਓ ਕਿ ਪੇਪਰ ਪੰਜਾਬੀ 'ਚ ਨਹੀਂ ਆਇਆ, ਅੰਗਰੇਜ਼ੀ 'ਚ ਨਹੀਂ ਆਇਆ, ਫਲਾਣਾ ਨਹੀਂ ਆਇਆ, ਢਮਕਾਣਾ ਨਹੀਂ ਆਇਆ। ਸੋਚਣ ਵਾਲੀ ਗੱਲ ਆ, ਪੰਜਾਬ ਦਾ PPSC ਦਾ ਕਿਹੜਾ ਪੇਪਰ ਆ ਜਿਹੜਾ PCS ਨੂੰ ਛੱਡ ਕੇ ਅੱਜ ਤੱਕ ਪੰਜਾਬੀ 'ਚ ਆਇਆ ਹੈ? ਰੂਲਸ ਹੀ ਨਹੀਂ ਹੈਗੇ। ਹਾਂ, ਮੰਗ ਕਰ ਸਕਦੇ ਹੋ ਕਿ ਪੇਪਰ ਪੰਜਾਬੀ 'ਚ ਆਵੇ, ਪਰ ਇਹ ਨਹੀਂ ਕਹਿ ਸਕਦੇ ਕਿ ਨਾ ਇਹ ਰੁੰਡੀ ਪਿੱਟ ਲਈ ਜੀ, ਆਹ ਪੇਪਰ ਵੀ ਪੰਜਾਬੀ 'ਚ ਆਉਣਾ ਚਾਹੀਦਾ ਸੀ। ਉਹ ਵੀ ਉਦੋਂ ਜਦ ਕਿ ਪੰਜਾਬੀ ਦਾ ਕੋਈ ਮਸਲਾ ਸੀਗਾ ਹੀ ਨਹੀਂ, ਸਾਰੇ ਸਵਾਲ ਸਮਝ ਆ ਰਹੇ ਸੀ। ਉਹ ਜਿਹੜੀ ਸਟੇਟਮੈਂਟ ਉਹਨਾਂ ਨੇ ਅੰਗਰੇਜ਼ੀ 'ਚ ਲਿਖੀ ਸੀ ਮੈਂ ਉਹਨੂੰ ਪੰਜਾਬੀ 'ਚ ਲਿਖ ਦੇਣਾ, ਫਿਰ ਕਰ ਲੋਗੇ? ਨਹੀਂ ਹੋਣੇ। ਇਟ ਮੀਨਸ ਕਮੀ ਹੋਰ ਸੀ, ਪ੍ਰੋਜੈਕਟ ਹੋਰ ਕੀਤੀ ਜਾ ਰਹੀ ਹੈ। ਖੈਰ, ਆਪਾਂ ਆਪਣੇ ਮਸਲੇ 'ਤੇ ਚੱਲਦੇ ਹਾਂ। ਬੇਸਿਕਸ ਤੋਂ ਸਵਾਲ ਕੱਢਣੇ ਬਹੁਤ ਜ਼ਰੂਰੀ ਹੈ। ਕਹਿੰਦਾ 6 ਪੈਨ ਤੇ 3 ਪੈਨਸਲਾਂ ਦੀ ਕੀਮਤ 84 ਰੁਪਏ ਆ। ਸਭ ਨੂੰ ਪਤਾ ਹੈ ਕਿ ਮੈਂ ਜਲਦੀ ਸੋਲਵ ਕਰਾਉਣੇ ਆ ਕਿਉਂਕਿ XY ਆਲਰੇਡੀ ਮੈਂ ਤੁਹਾਡੀ ਐਪ 'ਚ ਜਾਂ ਤੁਹਾਡੇ ਪੁਰਾਣੇ 'ਚ ਕਲੀਅਰ ਕਰ ਚੁੱਕੇ ਹਾਂ ਕਿ XY ਕਿਵੇਂ ਸੋਲਵ ਕਰਨੇ ਆ। ਮੰਨ ਲਓ ਇੱਕ ਪੈਨ ਦੀ ਕੀਮਤ X ਆ ਤੇ ਇੱਕ ਪੈਨਸਲ ਦੀ ਕੀਮਤ ਕਿੰਨੀ ਆ ਜੀ? Y। ਇੱਕ ਪੈਨ ਦੀ ਕੀਮਤ ਜੇ X ਰੁਪਏ ਆ ਤੇ ਇੱਕ ਪੈਨਸਲ ਦੀ ਕੀਮਤ ਜੇ Y ਰੁਪਏ ਆ ਤਾਂ ਤੁਸੀਂ ਮੈਨੂੰ ਇੱਕ ਗੱਲ ਦੱਸੋਗੇ, ਜੇ ਇੱਕ ਪੈਨ ਦੀ ਕੀਮਤ 7 ਰੁਪਏ ਹੋਵੇ ਤਾਂ 3 ਪੈਨਾਂ ਦੀ ਕੀਮਤ ਕਿੰਨੀ ਹੋਊਗੀ? 21। 5 ਪੈਨਾਂ ਦੀ ਕਿੰਨੀ ਹੋਊਗੀ? 7 × 5 = 35। ਜੇ ਇੱਕ ਪੈਨ ਦੀ ਕੀਮਤ X ਆ ਤੇ 6 ਪੈਨਾਂ ਦੀ ਕੀਮਤ ਕਿੰਨੀ ਹੋਊਗੀ? 6x ਜਮਾ 3 ਪੈਨਸਲਾਂ ਦੀ ਕੀਮਤ ਕਿੰਨੀ ਹੋਊਗੀ? 3y ਬਰਾਬਰ ਹੈ ਕੁੱਲ ਜੋੜ ਕਿੰਨਾ ਆ ਗਿਆ? 84। ਲਾਈਨ ਮਾਰ ਕੇ ਅਗਲੇ ਪਾਸੇ ਆ ਜਾਓ। ਹੁਣ ਦੂਜੀ ਲਾਈਨ ਨੂੰ ਡੀਕੋਡ ਕਰੋ। ਕਹਿੰਦਾ 1/3 ਆਫ ਦੀ ਕਾਸਟ ਆਫ 1 ਪੈਨ, ਮਤਲਬ ਕਿ ਜਿਹੜਾ ਪੈਨ ਆ ਉਹਦੀ 1/3 ਕੀਮਤ ਪੈਨਸਲ ਦੀ ਕੀਮਤ ਦੇ ਬਰਾਬਰ ਹੈ। ਪੈਨ ਦੀ ਕੀਮਤ ਕਿੰਨੀ ਆ? ਪੈਨ ਦੀ X, ਉਹਦੀ ਕੀਮਤ ਦਾ 1/3 ਕਰ ਲਓ। ਕੀ ਕਰ ਲਓ? 1/3। ਕਈਆਂ ਨੂੰ ਇਹਦੇ 'ਚ ਡਾਊਟ ਆ। 1/3 ਆਫ X, ਪੈਨ ਦੀ ਕੀਮਤ ਦਾ 1/3 ਮਤਲਬ X ਦਾ 1/3 ਐਵੇਂ ਹੁੰਦਾ ਹੈ। ਦਾ ਮਤਲਬ ਕੀ ਹੁੰਦਾ ਹੈ? ਗੁਣਾ। X ਗੁਣਾ 1/3 ਕੀ ਹੁੰਦਾ ਹੈ? X/3। X/3 ਪੈਨ ਦੀ ਕੀਮਤ ਦਾ 1/3 ਬਰਾਬਰ ਹੈ ਕਿਸ ਦੇ? ਪੈਨਸਲ ਦੀ ਕੀਮਤ ਦੇ ਬਰਾਬਰ ਹੈ ਪੈਨਸਲ ਦੀ ਕੀਮਤ ਦੇ। ਆਹੀ ਆ। ਇਟ ਮੀਨਸ ਜਦੋਂ X ਦੇ ਥੱਲੇ 3 ਆ, ਪਰਲੇ ਪਾਸੇ ਜਾ ਕੇ ਕੀ ਹੋ ਜਾਊਗਾ ਭਲਾ? ਇਹ ਗੁਣਾ ਹੋ ਜਾਊਗਾ। ਤਾਂ X ਕਿਹਦੇ ਬਰਾਬਰ ਆ ਗਿਆ? 3y ਦੇ ਬਰਾਬਰ। ਜੇਕਰ X 3y ਦੇ ਬਰਾਬਰ ਆ ਗਿਆ, ਚੁੱਪ ਕਰਕੇ ਇੱਥੇ X ਦੀ ਵੈਲਿਊ ਕੀ ਪੁੱਟ ਕਰ ਦਿਓ? ਵੈਸੇ ਵੀ 2 ਇਕੁਏਸ਼ਨਾਂ ਤੇ 2 ਵੇਰੀਏਬਲ, 2 ਸਮੀਕਰਨ ਤੇ 2 ਅਣਜਾਣ ਹੋਣ ਤਾਂ ਬੜੇ ਆਰਾਮ ਨਾਲ ਆਪਾਂ ਕੱਢ ਸਕਦੇ ਹਾਂ। X ਦੀ ਜਗ੍ਹਾ ਤੇ ਪੁੱਟ ਕਰੋ ਕੀ ਭਲਾ? 3 × y ਜਮਾ 3y ਨਾਲ ਹੈਗਾ ਹੈ ਬਰਾਬਰ ਹੈ 84। ਬ੍ਰੈਕਟ ਦਾ ਮਤਲਬ ਗੁਣਾ ਹੁੰਦੀ ਆ। 6 × 3 ਕਿੰਨਾ ਹੁੰਦਾ ਹੈ? 18। 18y ਜਮਾ 3y ਬਰਾਬਰ ਹੈ 84। 18 ਤੇ 3 ਆ ਗਿਆ 21y ਬਰਾਬਰ ਹੈ 84। ਤੇ XY ਕਿਵੇਂ ਸੋਲਵ ਕਰਨੇ ਆ? ਇਹ ਤੁਸੀਂ ਪਹਿਲਾਂ ਵਾਲੀਆਂ 7 ਵੀਡੀਓ ਦੇਖੋਗੇ ਤਾਂ 8ਵੀਂ ਵੀਡੀਓ ਬਿਲਕੁਲ ਵੀ ਔਖੀ ਨਹੀਂ, ਪਰ ਫਿਰ ਵੀ ਮੈਂ ਨਾਲ ਸੋਲਵ ਕਰਾ ਰਿਹਾ ਕਿ ਕਿਤੇ ਰੌਲਾ ਨਾ ਪੈ ਜੇ। 84 21 ਉੱਧਰ ਜਾ ਕੇ ਭਾਗ ਹੋ ਜਾਊਗਾ। y ਕਿੰਨਾ ਆ ਗਿਆ? 4। ਜੇ y 4 ਆ ਗਿਆ ਤੇ x ਕਿੰਨਾ ਆਊਗਾ? x ਆਊਗਾ 3 × 4 ਕਿੰਨਾ ਆ ਗਿਆ ਭਲਾ ਆਪਣੇ ਕੋਲ? 12। x ਕਿੰਨਾ ਆ ਗਿਆ ਆਪਣੇ ਕੋਲ? 12 ਆ ਗਿਆ। ਇਟ ਮੀਨਸ ਸਵਾਲ ਬਹੁਤ ਸੌਖਾ ਸੀ। ਪੈਨਸਲ ਦੀ ਕੀਮਤ 4 ਰੁਪਏ ਤੇ ਪੈਨ ਦੀ ਕੀਮਤ ਕਿੰਨੀ ਆ ਗਈ? 12 ਰੁਪਏ। ਸਵਾਲ ਤੁਹਾਡੇ ਸਾਹਮਣੇ ਆ, ਸੋਲਵ ਕਰਤਾ ਮੈਂ। ਤੁਸੀਂ ਇਹ ਦੇਖੋ ਕਿ ਜ਼ਰੂਰਤ ਕੀ ਆ। ਅੱਛਾ, ਐਵੇਂ ਦੀ ਕੋਈ ਗੱਲ ਨਹੀਂ। ਉਹਨਾਂ ਨੇ ਪੁੱਛਿਆ 4 ਪੈਨ ਤੇ 5 ਪੈਨਸਲਾਂ ਦੀ ਕੀਮਤ। ਸਵਾਲ ਕੀ ਆ? 4 ਪੈਨ ਅਤੇ 5 ਪੈਨਸਲਾਂ। 4 × ਪੈਨ, ਉਹ ਪੈਨ ਕਿੰਨੇ ਦਾ ਭਾਈ? 12 ਦਾ। 3 ਪੈਨਸਲਾਂ ਕਿ 5? 5। ਆਹੀ ਆ। 4 ਪੈਨ ਤੇ 5 ਪੈਨਸਲਾਂ। ਪੈਨਸਲ ਦੀ ਕੀਮਤ ਕਿੰਨੇ ਰੁਪਏ ਆ? 4 ਰੁਪਏ। 4 ਤੀ 12 ਚੌਕੇ 12 ਚੌਕੇ ਕਿੰਨਾ ਆ ਗਿਆ? 48। ਤੇ 5 ਚੌਕੇ 20 ਤੇ ਕਿੰਨਾ ਆ ਗਿਆ? 68। ਇਟ ਮੀਨਸ ਆਪਣੇ ਕੋਲ 68 ਰੁਪੀਜ਼ ਆ ਗਿਆ ਜੀ ਇਹਦੇ ਕੋਲ। ਠੀਕ ਆ, B ਇਜ਼ ਦੀ ਕਰੈਕਟ ਆਨਸਰ। ਸੌਰੀ, ਠੀਕ ਆ, B ਆਪਣੇ ਕੋਲ ਕਰੈਕਟ ਆਨਸਰ ਆ ਗਿਆ। ਨੈਕਸਟ ਅਗਲਾ ਸਵਾਲ ਆ ਗਿਆ ਆਪਣੇ ਕੋਲ।
हाँ जी, अगला सवाल समझ आ गया सारिਆਂ ਨੂੰ कि किवें आपां इहदे च एक्स वाई ਨੂੰ हल करना है। आ जाओ जी अगला सवाल आ पढ़ो जी। कहंदा जी राम हैज़ 6 रुपीज़ राम हैज़ 6 रुपीज़ मोर दैन मोहन एंड 9 रुपीज़ मोर दैन सोहन। कि राम कोल मोहन नालों 6 रुपए ते सोहन नालों 9 रुपए वध हन। तिन्नां कोल मिला के 33 रुपए है। राम दा हिस्सा दसो। एक गल याद रखियो, सवाल नूं समझो पहलां। तुसीं कहोगे सवाल तां बड़ा सिंपल आ, बहुत वड्डियां स्टेटमेंटां नूं ना तां नहीं ਡੀਕੋਡ कर पाउंदे क्योंकि तुसीं कदी छोटियां स्टेटमेंटां नूं अहमियत ही नहीं दिंदे। एक गल बहुत गौर नाल सुणिओ, राम कोल शाम नालों 3 गुणा पैसे हन। राम कोल शाम नालों किन्ने गुणा पैसे आ? 3 गुणा। राम हैज़ 3 टाइम्स दी मनी एज शाम हैज़। ਇਹਦਾ मतलब राम दी मनी बराबर है 3 गुणा हो। शाम दी नूं x मनो, राम कोल 3 गुणा है तो राम कोल पता कितनी आ गई 3x, 3 × x। पर जे किसी ने कहता कि राम कोल शाम नालों 3 रुपए ज़्यादा हन, 3 गुणा नहीं गए, 3 रुपए की आ ज़्यादा है, तो शाम दे x मन के राम दे पैसे कड्ढण लई 3 नाल गुणा ना कर दिओ। जिथे आ गया ना 3 मोर, 3 ज़्यादा ने, उहदे च x 3 जोड़ीदा है। जिथे आ जाए 3 गुणा है, उत्थे 3 x नाल की करीदा है? गुणा करीदा है। कित्थे प्लस ते कित्थे गुणा? राम कोल मोहन नालों 6 रुपए वध, राम कोल सोहन नालों 9 रुपए वध। एक सवाल तुहाडे सामने आ, तुसीं इहनूं 2-3 तरीकिਆਂ ਨਾਲ कर सकते हो। किवें? मेरी गल बहुत ध्यान नाल सुणिओ। मैथ करन दा एक फलसफा है, मैथ की एक फिलोसफी ते जाओ। मैथ की फिलोसफी पता की कहती है? जां तां भरावो तुसीं की करो कि बई एक इक्वेशन नूं इक्को ही कर लो, मतलब सारा सवाल तुहाडा एक्स च ही हो जाए, सारा सवाल तुहाडा किहदे च हो जाए? एक्स च ही हो जाए। तो एक गल दसोगे तुहाडे कोल किन्ने अननोन होणगे इक्वेशन च? एक्स कल्ला। तुसीं ओनूं जे 2 एक्स वाई च लैके जाओगे तो घट्टो घट्ट 2 इक्वेशनां होण। जे तुसीं किसी सवाल नूं एक्स वाई जैड च लैके जाओगे तो घट्टो घट्ट तुहाडे कोल किन्नियां इक्वेशनां होण? 3। जिन्ने अननोन उन्नियां इक्वेशनां। हुण तुसीं मैनूं कहोगे कि इदां करो, ये सवाल सॉल्व करके दो इक्को ही इक्वेशन अननोन नाल एक्स नाल। आ जाओ, राम कोल शाम नालों किन्ने मोहन नालों किन्ने रुपए ज़्यादा आ? 6। राम कोल मान लो एक्स ने, राम को किन्ने आ? एक्स। तो शाम कोल किन्ने होणगे? उहदे तो 6 घट, वो 6 वध के घट? यार राम कोल मोहन नालों 6 रुपए वध आ, तो मोहन कोल राम नालों 6 रुपए की है भला? घट। जे इहदे कोल एक्स आ तो मोहन को किन्ने होणगे? x - 6 किन्ने होणगे? x - 6। हुण आ जाओ सोहन कोल, राम पिछली लाइन कट दो, कोई मतलब नहीं रहा लैण दा। राम कोल सोहन नालों 9 रुपए वध आ। जे राम कोल x आ तो मोहन कोल 9 रुपए घट, तो मोहन कोल किन्ने, सोहन कोल किन्ने होणगे? x - 9। वाही आ बई, राम कोल x आ तो शाम को मोहन तो 6 रुपए घट आ, x - 6 ਉਹਦੇ x - 9। तिन्ना दे जोड़ किन्ने आ? तिन्ना कोल कुल मिला के किन्नी जायदाद आ? 33 रुपए की। वो तिन्ना कोल कुल मिला के किन्ने रुपए की जायदाद आ? 33 रुपए की। इक्वेशन बनाई एक, इस सवाल च एक इक्वेशन सीगा कि 2 सीगियां? इक्को तो हल हो गया, पर करके देखते हैं आप हल। x जमा x 3x, माइनस का 6 माइनस का 9 माइनस का 15। बेसिक मैथ की पहली वीडियो च कैलकुलेशन सिखाइया है। वो माइनस का 15 परले पासे जाके चले गया, किहदा हो गया भला? प्लस का 15। 33 जमा 15 48। 3x बराबर है 48। वट इज़ x? 48 बटे 3 कितना आ गया? 16। भाई मोहन राम को 16 रुपए आ, ये 16 - 6 10 रुपए आ, ये 16 - 9 7 रुपए आ। सवाल खत्म। दूजा तरीका सवाल नूं सोचण दा, कुछ नहीं कन्फ्यूजन, वो तो बड़ा सौखा तरीका है। राम को x, मोहन को y, तो तीजे को किन्ने आ? z। वो एक को x, एक को y, एक को z, तिन्ना को कुल मिला के किन्ने आ? x जमा y जमा z बराबर है कितना आ गया? 33। सिंपल जी गल आ। हुण आ जाओ दूजी इक्वेशन ते, कहंदा राम को किन्ने रुपए वध आ मोहन नालों? और राम को किन्ने रुपए वध आ? 6 रुपए। मोहन के रुपइया च 6 जोड़ दो, मोहन को जिन्ने आ उहदे च 6 जोड़ दो, वो राम के बराबर आ। x की जगह ते आ गया y बराबर है 6, वो x की जगह ते की आ गया? y बराबर है 6। हुण आ जाओ, राम कोल सोहन नालों किन्ने रुपए वध आ? वो किन्ने रुपए वध आ? 9। ਇਹਦਾ मतलब राम ਦੇ पैसे, राम ਕੋਲ ਹੈਗੇ ਆ सोहन ਦੇ पैसे। सोहन कौन तीजा? सोहन ਦੇ रुपइया च किन्ने जोड़ दोगे? 9। x बराबर है z + 9। वही आ। इत्थों तुसीं लिख सकते हो कि y बराबर है x - 6। इत्थों लिख सकते हो z बराबर है x - 9। y ते z की वैल्यू पुट कर दो तो तुहाडे कोल फिर सवाल उवें ही आ गया।
ਤੁਸੀਂ ਇੱਕ ਸਵਾਲ ਨੂੰ ਇੱਕ ਅਨਨੋਨ ਨਾਲ, ਇੱਕ ਅਣਜਾਣ ਨੰਬਰ ਨਾਲ ਵੀ ਕੱਢ ਲਿਆ, ਅਣਜਾਣ ਸੰਖਿਆ x ਨਾਲ। ਤੁਸੀਂ ਇੱਕ ਸਵਾਲ ਨੂੰ 3 ਅਣਜਾਣ ਸੰਖਿਆ x y z ਨਾਲ ਵੀ ਕੱਢ ਲਿਆ। ਸਵਾਲ ਅਸਲ 'ਚ ਪਤਾ ਕੀ ਆ, ਜਦੋਂ ਬਹੁਤ ਵੱਡਾ ਸਵਾਲ ਤੁਹਾਡੇ ਸਾਹਮਣੇ ਆ ਜੇ, ਤੁਹਾਡੇ ਚੋਂ 90% ਪੇਪਰ ਸਵਾਲ ਕਰਨ 'ਚ ਪਤਾ ਕਿਉਂ ਅਸਫਲ ਹੁੰਦੇ ਆ? ਤੁਹਾਡੇ ਕੋਲ ਨੈਬ ਤਹਿਸੀਲਦਾਰ ਦੇ ਪੇਪਰ 'ਚ ਇੱਕੋ ਹੀ ਸਮੱਸਿਆ ਸੀ ਸਾਰਿਆਂ ਨੂੰ, ਸਟੇਟਮੈਂਟਾਂ ਬਹੁਤ ਲੰਮੀਆਂ ਸੀ ਤੇ ਜੀ ਸ਼ਾਰਟਕਟ ਟ੍ਰਿਕ ਪਤਾ ਹੀ ਨਹੀਂ ਸੀ ਲੱਗ ਰਹੇ ਕਿ ਸਾਨੂੰ ਤਾਂ ਅੱਜ ਤੱਕ ਐਵੇਂ ਕਰਾਇਆ ਗਿਆ ਕਿ ਐਡਾ ਕੁ ਸਵਾਲ ਆ ਜਾਓ ਤੇ ਆਹ ਟ੍ਰਿਕ ਲੱਗਦਾ ਹੈ, ਐਡੇ ਕੁ ਸਵਾਲ ਤੇ ਆਹ ਟ੍ਰਿਕ, ਤਿੰਨ ਸਵਾਲ ਜੋੜ ਕੇ ਉਹਨਾਂ ਨੇ ਸਵਾਲ ਬਣਾਤਾ। ਉੱਥੇ ਫਿਰ ਐਕਸ ਵਾਈ ਕੰਮ ਆਉਂਦਾ ਹੈ। ਇੱਕ ਪਾਸੇ ਉਹ ਪਹਿਲੀ ਲਾਈਨ ਪੜ੍ਹੋ ਜੋ ਕਹਿੰਦੀ ਆ, ਲਾਈਨ ਨੂੰ ਡੀਕੋਡ ਕਰਕੇ ਮੈਥ 'ਚ ਲੈ ਜਾਓ, ਫਿਰ ਦੂਜੀ ਲਾਈਨ ਪੜ੍ਹੋ ਉਹਨੂੰ ਡੀਕੋਡ ਕਰਕੇ ਮੈਥ 'ਚ ਲੈ ਜਾਓ, ਤੀਜੀ ਲਾਈਨ ਪੜ੍ਹੋ ਉਹਨੂੰ ਡੀਕੋਡ ਕਰਕੇ ਮੈਥ 'ਚ ਲੈ ਜਾਓ। ਫਿਰ ਉਸ ਤੋਂ ਬਾਅਦ ਉਹ ਕੰਮ ਆਉਂਦਾ ਜੋ ਮੈਂ ਤੁਹਾਨੂੰ ਅੱਜ ਤੋਂ ਪਿਛਲੇ 5 ਲੈਕਚਰਾਂ 'ਚ ਪੜ੍ਹਾਉਂਦਾ ਆ ਰਿਹਾ, ਐਕਸ ਵਾਈ ਨੂੰ ਸੋਲਵ ਕਰਨਾ। ਮੈਂ ਤਾਂ ਤੁਹਾਨੂੰ ਇਹ ਵੀ ਸਮਝਾਤਾ ਕਿ 1/x = 7/y ਬਰਾਬਰ ਹੈ 25, 2/x + 9/y ਬਰਾਬਰ ਹੈ 37। ਉਹ ਇਹੋ ਜਿਹੀਆਂ ਖਤਰਨਾਕ ਇਕੁਏਸ਼ਨਾਂ ਕਿਵੇਂ ਸੋਲਵ ਹੋਣੀਆਂ। ਜਿਸ ਦਿਨ ਮੈਂ ਤੁਹਾਨੂੰ ਉਹ ਸਮਝਾਇਆ ਸੀ ਕਿ 2/x - y + 7/x + 7y ਇਹ ਇਕੁਏਸ਼ਨਾਂ, ਤਾਂ ਉਦੋਂ ਕਈ ਸੋਚਦੇ ਹੋਣਗੇ ਕਿ ਐਡਾ ਔਖਾ ਸਵਾਲ ਕਦੀ ਪੇਪਰ 'ਚ ਆ ਹੀ ਨਹੀਂ ਸਕਦਾ। ਤਾਂ ਨੈਬ ਤਹਿਸੀਲਦਾਰ ਦੇ ਆਏ ਮੈਥ ਦੇ ਸਵਾਲ ਉਹਦੀ ਜੀਂਦੀ ਜਾਗਦੀ ਐਗਜ਼ਾਮਪਲ ਨੇ। ਬਸ ਇੱਕ ਗੱਲ ਯਾਦ ਰੱਖਿਓ, ਸਬਰ ਨਾ ਤੋੜਿਓ, ਬੇਸਿਕ ਮੈਥਸ ਤੋਂ ਸ਼ੁਰੂ ਕਰ ਲਓ। ਜਿਹੜੇ ਬੰਦੇ ਨੇ ਬੇਸਿਕ ਮੈਥਸ ਪੜ੍ਹ ਲਿਆ ਨਾ, ਸਭ ਤੋਂ ਔਖਾ ਪਾਰਟ ਹੁੰਦਾ ਮੈਥ ਦਾ ਬੇਸਿਕ ਮੈਥ। ਜਿਹਨੂੰ ਐਕਸ ਵਾਈ 'ਚ ਇਕੁਏਸ਼ਨਾਂ ਸੋਲਵ ਕਰਨੀਆਂ ਆ ਗਈਆਂ, ਉਹਨੇ ਸਾਰੇ ਮੈਥ ਦਾ 80% ਹਿੱਸਾ ਕਰ ਲਿਆ, ਕਿਉਂਕਿ 20% 'ਚ ਪਤਾ ਕੀ ਬਚਦਾ? ਐਵਰੇਜ ਦੀ ਸਟੇਟਮੈਂਟ ਪੜ੍ਹੋ ਉਹਨੂੰ ਐਕਸ ਵਾਈ 'ਚ ਲੈ ਜਾਓ, ਪਰਸੈਂਟੇਜ ਦੀ ਸਟੇਟਮੈਂਟ ਪੜ੍ਹੋ ਉਹਨੂੰ ਐਕਸ ਵਾਈ 'ਚ ਲੈ ਜਾਓ, ਰੇਸ਼ੋ ਪ੍ਰਪੋਰਸ਼ਨ ਦੀ ਸਟੇਟਮੈਂਟ ਪੜ੍ਹੋ ਉਹਨੂੰ ਐਕਸ ਵਾਈ 'ਚ ਲੈ ਜਾਓ। ਇੱਕ ਵਾਰੀ ਸਵਾਲ ਐਕਸ ਵਾਈ 'ਚ ਲੈ ਗਏ ਫਿਰ ਸਵਾਲ ਖਤਮ। ਨਹੀਂ ਤਾਂ ਡਿਪੈਂਡ ਕਰਦੇ ਰਹੋਗੇ ਟੀਚਰਾਂ 'ਤੇ ਕਿ ਕਦੀ ਕੋਈ ਟੀਚਰ ਆਵੇ ਸਾਨੂੰ ਨਵੇਂ ਜਿਹੇ ਸਵਾਲਾਂ ਦੇ ਸ਼ਾਰਟਕਟ ਸਿਖਾਵੇ, ਫਿਰ ਅਸੀਂ ਕਰਾਂਗੇ। ਜਦੋਂ ਨੂੰ ਤੁਹਾਨੂੰ ਸ਼ਾਰਟਕਟ ਆਉਣਗੇ ਉਦੋਂ ਨੂੰ ਪੇਪਰ 'ਚ ਪਾਉਣ ਵਾਲਿਆਂ ਨੇ ਸਵਾਲ ਦਾ ਪੈਟਰਨ ਬਦਲ ਦੇਣਾ। ਹਰ ਸਵਾਲ ਜਿਹੜਾ ਸੀਗਾ, ਮੈਂ ਕੱਲ ਵੈਨ ਡਾਇਗਰਾਮ ਦਾ ਆਪਾਂ ਜਸਟ ਇਸ ਤੋਂ ਉੱਪਰਲਾ ਸਵਾਲ ਸੋਲਵ ਕੀਤਾ, ਕੋਈ ਸ਼ਾਰਟਕਟ ਲਾਇਆ ਨਹੀਂ, ਬੇਸਿਕਸ ਕਨਸੈਪਟ ਯੂਜ਼ ਕੀਤਾ ਵੈਨ ਡਾਇਗਰਾਮ ਦਾ ਕਿ ਗੋਲੇ ਬਣਾਓ, ਸਭ ਤੋਂ ਸੈਂਟਰ ਵਾਲੇ ਨੂੰ ਭਰੋ ਤੇ ਫੈਲਦੇ ਜਾਓ ਬਾਹਰ ਨੂੰ, ਆਪਣੇ ਆਪ ਸਵਾਲ ਖਤਮ ਹੋ ਜਾਊਗਾ। ਫਿਰ ਕੀ ਹੈ, 2 ਮਿੰਟ ਵੱਧ ਲੱਗ ਜਾਣਗੇ, ਉਹਨਾਂ ਤੋਂ ਤਾਂ ਚੰਗੇ ਹੋ ਜਿਨ੍ਹਾਂ ਨੇ ਨਹੀਂ ਕਰਿਆ। ਕਰੋਗਾ ਤਾਂ ਸਹੀ ਸਵਾਲ ਨੂੰ ਸੋਲਵ, ਉਹੀ ਸਭ ਤੋਂ ਅਲਟੀਮੇਟ ਗੋਲ ਆ ਸਾਡਾ, ਸਵਾਲ ਹੱਲ ਕਰਨਾ। ਠੀਕ ਆ, ਆ ਜਾਓ ਜੀ ਅੱਗੇ। ਛੋਟੇ ਛੋਟੇ ਸਵਾਲ ਆ, ਇਗਨੋਰ ਕਰ ਦਿਓ। ਹੁਣ ਤੁਸੀਂ ਆਪਣੇ ਆਪ ਅਗਲਾ ਸਵਾਲ ਆਪਣੇ ਆਪ ਕਰ ਸਕਦੇ ਹੋ। ਠੀਕ ਆ, ਆ ਜਾਓ ਜੀ ਅੱਗੇ। ਹਾਂਜੀ, ਨੈਕਸਟ ਕਰੋ ਸਵਾਲ। ਅ ਫੈਮਿਲੀ ਹੈਜ਼ ਸੈਵਰਲ ਚਿਲਡਰਨ, ਇੱਕ ਪਰਿਵਾਰ 'ਚ ਕੁਝ ਬੱਚੇ ਹਨ। ਠੀਕ ਆ, ਈਚ ਬॉय ਇਨ ਫੈਮਿਲੀ ਹੈਜ਼ ਐਜ਼ ਮੈਨੀ ਸਿਸਟਰਸ ਐਜ਼ ਬ੍ਰਦਰਸ। ਠੀਕ ਆ, ਐਂਡ ਈਚ ਗਰਲ हैज़ ट्वाइस एज मैनी ब्रदर्स एज सिस्टर्स। ठीक है, फुल स्टॉप। ठीक है, हाउ मैनी ब्रदर्स एंड सिस्टर्स आर देयर? हाउ मैनी ब्रदर्स एंड सिस्टर्स आर देयर। ठीक है, पंजाबी वाले जिहड़े आ जो वीडियो देख रहे हैं तो इत्थों एक बार स्क्रीनशॉट ले लैन। ठीक है, एक परिवार विच कई बच्चे हैं, परिवार विच हर लड़के दियां ਭਰਾਵਾਂ ਜਿੰਨੀਆਂ ਭੈਣਾਂ ਹੁੰਦੀਆਂ ਹਨ, ਭੈਣਾਂ ਹਨ। ਠੀਕ ਆ, ਅਤੇ ਹਰ ਲੜਕੀ ਦੀਆਂ ਭੈਣਾਂ ਨਾਲੋਂ ਦੁੱਗਣੇ ਭਰਾ ਹਨ, ਭੈਣਾਂ ਨਾਲੋਂ ਦੁੱਗਣੇ ਭਰਾ ਹਨ। ਹਾਂ, ਭੈਣਾਂ ਨਾਲੋਂ ਦੁੱਗਣੇ ਭਰਾ ਹਨ। ਉਹ ਕਿੰਨੇ ਭਾਈ ਭੈਣ ਹਨ? ਸਮਝ ਗਏ ਸਵਾਲ? ਮਤਲਬ ਮੇਰੀ ਗੱਲ ਸਮਝ ਗਏ ਕਿ ਹਾਂ, ਇੱਕ ਪਰਿਵਾਰ 'ਚ ਕੁਝ ਲੜਕੀਆਂ ਨੇ, ਕੁਝ ਲੜਕੇ ਆ। ਠੀਕ ਆ, ਹਿੱਟ ਐਂਡ ਟ੍ਰਾਇਲ ਨਾਲ ਕਰਨਾ ਹੈ ਤੇ 4 ਆਪਸ਼ਨਸ ਨੇ। ਹਿੱਟ ਐਂਡ ਟ੍ਰਾਇਲ ਨਾਲ ਨਹੀਂ ਤਾਂ ਫਿਰ ਅਸਲੀ ਸਵਾਲ ਤਾਂ ਪਤਾ ਕੀ ਆ, ਕੋਈ ਕਹੂਗਾ ਯਾਰ ਇੱਥੇ ਇਸ ਸਵਾਲ ਨੂੰ ਐਕਸ ਵਾਈ ਨਾਲ ਕਿਉਂ ਕਰਾ ਰਹੇ ਹੋ ਤੁਸੀਂ ਸੋਚ ਕੇ ਦੇਖੋ, ਪੇਪਰ 'ਚ ਇੱਕ ਸਵਾਲ ਆਉਣਾ ਜਿਹਦਾ ਕੋਈ ਮੂੰਹ ਸਿਰ ਨਹੀਂ ਹੈਗਾ, ਤੁਹਾਨੂੰ ਪਤਾ ਹੀ ਨਹੀਂ ਆਹ ਥੋੜਾ ਆਜੂਗਾ ਪੇਪਰ 'ਚ ਸਵਾਲ। ਇਸ ਸਵਾਲ ਨੂੰ ਐਕਸ ਵਾਈ ਨਾਲ ਕਰਕੇ ਦਿਖਾਓ ਵੀ ਤੁਹਾਨੂੰ ਪਤਾ ਲੱਗੂਗਾ ਕਿ ਦਿਮਾਗ ਲਾ ਕੇ ਇੱਕ ਸਵਾਲ ਨੂੰ ਐਕਸ ਵਾਈ 'ਚ ਕਿਵੇਂ ਲੈ ਕੇ ਜਾਈਦਾ ਹੈ। ਦਿਮਾਗ ਖੋਲ੍ਹਣਾ ਸਿੱਖੋ, ਵਰਤੋ ਇੱਥੇ ਦਿਮਾਗ ਨੂੰ ਆਪਣੇ ਨੂੰ ਕਿ ਇਸ ਸਵਾਲ ਨੂੰ ਐਕਸ ਵਾਈ 'ਚ। ਹਿੰਟ ਮੈਂ ਦਿੰਦਾ, ਮੁੰਡੇ ਐਕਸ ਆ ਤੇ ਕੁੜੀਆਂ ਵਾਈ ਆ। ਮੁੰਡੇ ਕਿੰਨੇ ਆ ਜੀ? एक्स तो कुड़ियाँ वाई आ। वाह क्या हिंट है, पर हैगा है। ठीक है, मुंडे एक्स आ तो कुड़ियाँ वाई है। मूवी आई सी ओम शांति ओम, बड़ी सोहनी सी। वो च इक्को ही डायलॉग सीगा, 2-3 डायलॉग च सुपर डुपर मैं हिट मानदा उस मूवी दे, ओम शांति ओम दे। पता नहीं कई बारी ना तुहानूं शायद लगूगा कि जिहड़ा मैं डायलॉग कह रहा बड़ा इररैलीवेंट आ, बट कई बारी किसी बंदे की समझ तो पता लग जाता हुंदा कि उन्होंने डायलॉग बहुत घैंट लग्या जां माड़ा लग्या। उस सब तो फेवरेट डायलॉग सी मेरा, वाओ क्या एक्टिंग है। ठीक है, वो कई बारी जिंदगी च इहो जिहे मतलब इंसीडेंट हुंदे आ कि सानूं कोई डायलॉग बहुत अपने नेड़े लगन लग पैंदा, तो डायलॉग दा सब तो बेस्ट डायलॉग मैनूं लगदा वो एक जगह ते आउंदा, वाओ क्या एक्टिंग है। तो उत्थों ही निकल के आया कि वाह क्या सवाल है, डाउट है। तो करके देखो इस सवाल होर भी उहदे च बड़े आ तुहाडे, जे तुहाडे कंटैक्सट च देखिए तो सब तो घैंट डायलॉग ये आ जिहड़ा उस मूवी च आउंदा है
कि ਜਦੋਂ ਵੀ ਕਿਤੇ ਤੁਹਾਡਾ ਐਂਡ ਖਰਾਬ ਹੋਵੇ ਤਾਂ ਸਮਝ ਲਓ ਕਿ ਉਹ ਦੀ ਐਂਡ ਨਹੀਂਗਾ, ਉਹ ਹਜੇ ਫਿਲਮ ਹਜੇ ਬਾਕੀ ਹੈ ਮੇਰੇ ਦੋਸਤ। ਤੁਹਾਡੇ ਵਾਸਤੇ ਸ਼ਾਇਦ ਇਹ ਡਾਇਲੋਗ ਸਭ ਤੋਂ ਵੱਧ ਸੂਟ ਕਰੂਗਾ ਕਿ ਹਜੇ ਸਟਰਗਲ ਚੱਲ ਰਿਹਾ ਹੈ। ਦਾ ਐਂਡ ਉਦੋਂ ਹੀ ਹੋਊਗਾ ਫਿਲਮ ਦਾ, ਹਿੰਦੀ ਫਿਲਮ ਦਾ ਸਪੈਸ਼ਲੀ, ਜਦੋਂ ਖੁਸ਼ੀਆਂ ਹੀ ਖੁਸ਼ੀਆਂ ਆ ਜਾਣ ਸਾਰੇ, ਠੀਕ ਆ ਨਾ। ਉਸ ਤੋਂ ਬਿਨਾਂ ਫਿਲਮ ਦਾ ਕਦੇ ਵੀ ਦੀ ਐਂਡ ਨਹੀਂ ਹੁੰਦਾ, ਤੇ ਨਾ ਹੀ ਕਦੀ ਕਰਿਓ। ਲਓ ਜੀ, ਇੱਕ ਪਰਿਵਾਰ ਦੇ ਵਿੱਚ ਜਿਹੜੇ ਲੜਕੇ ਆ ਨਾ, ਇੱਕ ਪਰਿਵਾਰ ਦੇ ਵਿੱਚ ਜਿਹੜੇ ਲੜਕੇ ਆ ਉਹ ਐਕਸ ਨੇ, ਤੇ ਗਰਲਸ ਕੁੜੀਆਂ ਕਿੰਨੀਆਂ ਨੇ ਉਸ ਪਰਿਵਾਰ 'ਚ? ਵਾਈ। ਠੀਕ ਆ ਜੀ, ਆਹੀ ਆ। ਹੁਣ ਆ ਜਾਓ, ਪਹਿਲਾਂ ਦੱਸੋ, ਕਹਿੰਦਾ ਇੱਕ ਮੁੰਡੇ ਦਾ ਸਿਨੈਰੀਓ ਦੱਸੋ। ਇੱਕ ਮੁੰਡੇ ਦੇ ਭਰਾ ਕਿੰਨੇ ਆ? ਜਿੰਨੀਆਂ ਉਹਦੀਆਂ ਕੀ ਆ? ਭੈਣਾਂ। ਪਹਿਲੀ ਲਾਈਨ ਸਮਝ ਆ ਗਈ ਸਾਰਿਆਂ ਨੂੰ ਕਿ ਇੱਕ ਮੁੰਡੇ ਦੇ ਜਿੰਨੇ ਭਰਾ ਹੈ ਉਨੀਆਂ ਭੈਣਾਂ ਹੈ। ਆ ਇੱਕ ਮੁੰਡਾ ਹੈ ਜੀ ਐਕਸ, ਠੀਕ ਆ। ਇੱਕ ਮੁੰਡਾ ਚੱਕ ਲਓ ਇਹਨਾਂ ਚੋਂ, ਐਕਸ ਚੋਂ ਇੱਕ ਮੁੰਡਾ ਚੱਕ ਲਓ, ਦੱਸੋ ਜੀ ਉਹਦੇ ਭਰਾ ਕਿੰਨੇ ਹੋਣਗੇ? ਉਹ ਐਕਸ ਮੁੰਡੇ ਆ, ਇੱਕ ਪਰਿਵਾਰ 'ਚ 3 ਮੁੰਡੇ ਆ, ਉਹਨਾਂ 'ਚੋਂ ਇੱਕ ਮੁੰਡਾ ਚੱਕ ਲਓ, ਉਹਦੇ ਭਰਾ ਕਿੰਨੇ ਹੋਣਗੇ? ਉਹ ਨਹੀਂ, ਇੱਕ ਪਰਿਵਾਰ 'ਚ 5 ਮੁੰਡੇ ਆ, ਇੱਕ ਮੁੰਡਾ ਚੱਕ ਲਓ, ਉਹਦੇ ਭਰਾ ਕਿੰਨੇ ਹੋਣਗੇ? 4 ਹੋਣਗੇ। ਇੱਕ ਪਰਿਵਾਰ ਆ, ਉਹ 'ਚ 9 ਮੁੰਡੇ ਆ, 9 ਮੁੰਡੇ ਆ, ਇੱਕ ਮੁੰਡਾ ਚੱਕ ਲਓ, ਉਹਦੇ ਭਰਾ ਕਿੰਨੇ ਹੋਣਗੇ? 8। ਪੱਕਾ ਪਤਾ ਹੈ? ਇੱਕ ਪਰਿਵਾਰ ਆ, ਉਹਦੇ 'ਚ 17 ਮੁੰਡੇ ਆ, ਇੱਕ ਮੁੰਡਾ ਚੱਕ ਲਓ, ਉਹਦੇ ਭਰਾ ਕਿੰਨੇ ਹੋਣਗੇ? 16। ਇੱਕ ਪਰਿਵਾਰ ਆ, ਉਹਦੇ 'ਚ ਐਕਸ ਮੁੰਡੇ ਆ, ਉਹਦੇ ਐਕਸ ਮੁੰਡੇ ਉਸ ਪਰਿਵਾਰ 'ਚ, ਇੱਕ ਮੁੰਡਾ ਚੱਕ ਲਓ, ਉਹਦੇ ਭਰਾ ਕਿੰਨੇ ਹੋਣਗੇ? ਐਕਸ ਮਾਈਨਸ 1। ਤੁਸੀਂ ਆਪ ਮੰਨਿਓ ਕਿ ਜਿੰਨੇ ਮੁੰਡੇ ਆ ਉਹਨਾਂ 'ਚੋਂ ਕਿਸੇ ਇੱਕ ਮੁੰਡੇ ਨੂੰ ਕਹਿ ਵੀ ਤੇਰੇ ਭਰਾ ਕਿੰਨੇ ਆ, ਉਹ ਕਹੂਗਾ ਮੈਨੂੰ ਛੱਡ ਕੇ ਬਾਕੀ ਸਾਰੇ ਮੇਰੇ ਭਰਾ ਏ। ਇਟ ਮੀਨਸ ਐਕਸ ਮਾਈਨਸ 1। ਉਸ ਮੁੰਡੇ ਦੇ ਇਹਨਾਂ 'ਚੋਂ ਇੱਕ ਮੁੰਡਾ ਚੱਕਿਆ, ਉਹਦੇ ਭਰਾ ਕਿੰਨੇ ਆ? ਐਕਸ ਮਾਈਨਸ 1। ਉਸ ਪਰਿਵਾਰ 'ਚ ਵਾਈ ਕੁੜੀਆਂ ਏ, ਉਹਦੀਆਂ ਭੈਣਾਂ ਕਿੰਨੀਆਂ ਏ? ਵਾਈ ਸਾਰੀਆਂ ਹੀ। ਇਹ ਤਾਂ ਨਹੀਂ ਕਹਿ ਸਕਦਾ ਕਿ ਇੱਕ ਛੱਡ ਕੇ ਮੇਰੀ ਭੈਣ ਆ। ਕੁੜੀਆਂ ਤਾਂ ਭੈਣ ਭਰਾ ਨੇ ਉਹ ਸਾਰੇ ਆਪਸ 'ਚ, ਤੇ ਭਰਾ ਉਹਦੇ ਆਪਣੇ ਆਪ ਨੂੰ ਕੱਢ ਕੇ ਬਾਕੀ ਆ, ਤੇ ਭੈਣਾਂ ਉਹਦੀਆਂ ਵਾਈ ਨੇ ਸਾਰੀਆਂ ਹੀ। ਸਵਾਲ ਵੀ ਇਹ ਆ ਕਿ ਹਰ ਮੁੰਡੇ ਦੇ ਕੇਸ 'ਚ ਦੇਖੋ, ਕਹਿੰਦਾ ਜਿੰਨੇ ਭਰਾ ਉਨੀਆਂ ਭੈਣਾਂ। ਕੋਈ ਡਾਊਟ? ਪਹਿਲੀ ਇਕੁਏਸ਼ਨ ਆਪਣੇ ਆਪ ਬਣ ਗਈ। ਯਾਰ ਕਿੱਡਾ ਸੌਖਾ ਹੈ ਮੈਥ ਕਿ ਇਕੁਏਸ਼ਨ ਬਣਾਓ, ਅਦਰਵਾਈਜ਼ ਮੈਂ ਤਾਂ ਹਿੱਟ ਐਂਡ ਟ੍ਰਾਇਲ ਨਾਲ ਵੀ ਕਰ ਦੂੰਗਾ। ਹਿੱਟ ਐਂਡ ਟ੍ਰਾਇਲ ਨਾਲ ਮੇਰਾ ਕਰਿਆ ਤੁਹਾਨੂੰ ਬਹੁਤ ਸੋਹਣਾ ਲੱਗੂਗਾ ਕਿ ਵਾਹ ਸਵਾਲ ਨਿਕਲ ਗਿਆ, ਪਰ ਤੁਸੀਂ ਸੋਚ ਕੇ ਦੇਖੋ, ਉਹ ਯਾਰ ਇੱਥੇ ਤਾਂ ਟੀਚਰ ਬੜਾ ਚਲਾਕ ਆ, ਉਹਨੇ ਸਕੀਮ ਪਾਤੀ, ਉਹਨੂੰ ਆਨਸਰ ਪਤਾ ਹੈ, ਉਹਨੇ ਕਿਹਾ ਮੰਨ ਲਓ ਇੰਨੇ ਮੁੰਡੇ ਆ, ਉਹਦੇ ਕਿੰਨੀਆਂ ਭੈਣਾਂ ਕਿੰਨੇ ਭਰਾ, ਕੱਢਤਾ ਸਵਾਲ ਵੀ ਬਹੁਤ ਸਿੰਪਲ ਜਿਹਾ ਲੱਗਿਆ ਕਿ ਹਾਂ ਨਿਕਲ ਗਿਆ। ਸੋਚਿਆ ਕਿ ਜੇ ਐਵੇਂ ਦਾ ਸਵਾਲ ਅਲਟਾ ਪਲਟੀ ਜੀ ਕਰਕੇ ਪੇਪਰ 'ਚ ਆ ਗਿਆ ਫਿਰ ਕੀ ਕਰੋਗੇ? ਉੱਥੇ ਦਾ ਦਿਮਾਗ ਲਾਉਣਾ ਪੈਣਾ ਹੈ। ਹੁਣ ਕੁੜੀ ਦੇ ਕੇਸ 'ਚ ਆ ਜਾਓ, ਇੱਕ ਲੜਕੀ ਦਾ ਸਿਨੈਰੀਓ ਦੱਸੋ ਕੀ ਆ? ਉਹਦੀਆਂ ਭੈਣਾਂ ਭਰਾਵਾਂ ਤੋਂ ਦੁੱਗਣੇ ਆ ਕਿ ਭਰਾ ਭੈਣਾਂ ਤੋਂ ਦੁੱਗਣੇ ਆ? ਉਹਦੀਆਂ ਭੈਣਾਂ ਜਿਹੜੀਆਂ ਨੇ ਭਰਾਵਾਂ ਤੋਂ ਕੀ ਆ? ਦੁੱਗਣੀਆਂ। ਇੱਕ ਲੜਕੀ ਆ, ਵਾਈਆਂ 'ਚੋਂ ਇੱਕ ਲੜਕੀ ਆ, ਉਹਦੀਆਂ ਭੈਣਾਂ ਦੱਸੋ ਕਿੰਨੀਆਂ ਹੋਣਗੀਆਂ? ਇੱਕ ਜੇ ਵਾਈ ਲੜਕੀਆਂ ਨੇ ਉਸ ਪਰਿਵਾਰ 'ਚ ਤਾਂ ਉਹਨਾਂ 'ਚੋਂ ਇੱਕ ਲੜਕੀ ਚੱਕ ਲਓ, ਉਹਦੀਆਂ ਭੈਣਾਂ ਕਿੰਨੀਆਂ ਹੋਣੀਆਂ ਚਾਹੀਦੀਆਂ? ਵਾਈ ਮਾਈਨਸ 1 ਹੋਣੀਆਂ ਚਾਹੀਦੀਆਂ ਨਾ, ਕਿਉਂਕਿ ਇੱਕ ਲੜਕੀ ਆ। ਜੇ ਮੈਂ ਉਹਦੀਆਂ ਭੈਣਾਂ ਦੀ ਗੱਲ ਕਰਾਂ, ਉਹ ਆਪਣੇ ਆਪ ਨੂੰ ਵਿੱਚੋਂ ਕੱਢੂਗੀ, ਤੇ ਬਾਕੀ ਸਾਰੀਆਂ ਉਹਦੀਆਂ ਕੀ ਨੇ ਭਲਾ? ਭੈਣਾਂ। ਜੇ ਵਾਈ ਲੜਕੀਆਂ ਨੇ ਉਸ ਪਰਿਵਾਰ 'ਚ, ਜੇ ਉਸ ਪਰਿਵਾਰ 'ਚ 5 ਲੜਕੀਆਂ ਨੇ, ਜੇ ਉਸ ਪਰਿਵਾਰ 'ਚ 5 ਲੜਕੀਆਂ ਨੇ, ਤਾਂ ਇੱਕ ਲੜਕੀ ਨੂੰ ਬੁਲਾਓ ਕਿ ਹਾਂ ਵੀ ਤੂੰ ਦੱਸ ਤੇਰੀਆਂ ਭੈਣਾਂ ਕਿੰਨੀਆਂ? ਉਹ ਕਿੰਨੀਆਂ ਕਹੂਗੀ? 5 ਕਹੂਗੀ ਕਿ ਅਸੀਂ 5 ਭੈਣਾਂ ਹੈ। ਐਵੇਂ ਤਾਂ ਨਹੀਂ ਕਹੂਗੀ ਮੇਰੀਆਂ 4 ਭੈਣਾਂ ਹੈ, ਇਹੀ ਕਹੂਗੀ। ਇੱਕ ਲੜਕੀ ਚੱਕੀ, ਜੇ ਉਹ 5 ਲੜਕੀਆਂ ਹੈ ਤੇ ਹਰ ਲੜਕੀ ਦੀਆਂ ਭੈਣਾਂ ਵਾਈ ਮਾਈਨਸ 5 ਆ, ਤੇ ਜੇ ਉਹਨੂੰ ਪੁੱਛਾਂਗੇ ਤੇਰੇ ਭਰਾ ਕਿੰਨੇ, ਉਹ ਕੀ ਕਹੂਗੀ? ਐਕਸ, ਕਿਉਂਕਿ ਸਾਰੇ ਮੁੰਡੇ ਉਹਦੇ ਭਰਾ ਏ। ਹੁਣ ਇਸ ਸਿਨੈਰੀਓ 'ਚ ਦੱਸੋ, ਉਸ ਲੜਕੀ ਦੇ ਕੇਸ 'ਚ ਦੱਸੋ, ਉਹਦੀਆਂ ਭੈਣਾਂ ਭਰਾਵਾਂ ਤੋਂ ਦੁੱਗਣੀਆਂ ਕਿ ਭਰਾ ਭੈਣਾਂ ਤੋਂ ਦੁੱਗਣੇ ਆ? ਲੜਕੀ ਦੇ ਕੇਸ 'ਚ ਦੱਸੋ, ਉਹਦੀਆਂ ਭੈਣਾਂ ਭਰਾਵਾਂ ਤੋਂ ਕੀ ਹੈ? ਦੁੱਗਣੀਆਂ। ਭਰਾ ਭੈਣਾਂ ਤੋਂ ਦੁੱਗਣੇ ਆ। ਓਕੇ, ਮੈਨੂੰ ਕੀ ਪ੍ਰੋਬਲਮ ਆ? ਆਹ ਦੇਖੋ ਜੀ, ਜਿਹੜੇ ਦੁੱਗਣੇ ਭਰਾ ਦੁੱਗਣੇ ਆ ਕਿ ਭੈਣਾਂ ਦੁੱਗਣੀਆਂ? ਭਰਾ। ਜੇ ਭਰਾ ਦੁੱਗਣੇ ਆ ਤਾਂ 2 ਗੁਣਾ ਦੁੱਗਣੇ ਆ, ਗੁਣਾ ਹੋਣਗੇ। ਭੈਣਾਂ ਵਾਲੇ ਪਾਸੇ 2 ਗੁਣਾ ਕਰਾਂਗੇ, ਭਾਈਆਂ ਵਾਲੇ ਪਾਸੇ। ਹਾਂਜੀ, ਇੱਥੇ ਗਲਤੀ ਨਾ ਕਰਿਓ, ਭਰਾ ਤਾਂ ਅੱਗੇ ਹੀ ਦੁੱਗਣੇ ਆ, ਜਿਹੜੇ ਅੱਗੇ ਦੁੱਗਣੇ ਆ ਉਹਨਾਂ ਨੂੰ 2 ਨਾਲ ਗੁਣਾ ਕਰਕੇ ਹੋਰ ਹੀ ਕੁਝ ਕਰ ਦੋਗੇ। ਜੇ ਭਰਾ ਦੁੱਗਣੇ ਆ ਨਾ, ਤਾਂ ਭੈਣਾਂ ਨੂੰ 2 ਨਾਲ ਗੁਣਾ ਕਰਕੇ ਉਹਦੇ ਬਰਾਬਰ ਲੈ ਕੇ ਆਓ। ਮੈਨੂੰ ਕੋਈ ਕਵੇ ਕਿ ਮੇਰੀ ਜਾਇਦਾਦ ਮੇਰੇ ਨਾਲ ਦੇ ਸਾਥੀ ਤੋਂ ਦੁੱਗਣੀ ਆ, ਉਹਦੇ ਕੋਲ 4 ਕਿੱਲੇ ਜ਼ਮੀਨ ਆ ਤੇ ਮੇਰੇ ਕੋਲ 8 ਆ, ਉਹਦੀ ਜਾਇਦਾਦ ਨੂੰ 2 ਨਾਲ ਗੁਣਾ ਕਰਕੇ ਮੇਰੇ ਬਰਾਬਰ ਆਊਗੀ ਕਿ ਮੇਰੀ ਜਾਇਦਾਦ 2 ਨਾਲ ਗੁਣਾ ਕਰਕੇ ਉਹਦੇ ਬਰਾਬਰ ਜਾਊਗੀ? ਸਮਝ ਗਏ ਨਾ ਮੇਰੀ ਗੱਲ? ਇਟ ਮੀਨਸ ਜਿਹਦੀ ਘੱਟ ਆ ਉਹਨੂੰ ਦੁੱਗਣੇ ਨਾਲ ਗੁਣਾ ਕਰੋ। ਆਹ ਲਓ ਜੀ, ਭਰਾਵਾਂ ਦੀ ਗਿਣਤੀ, ਭੈਣਾਂ ਦੀ ਗਿਣਤੀ ਨੂੰ 2 ਨਾਲ ਗੁਣਾ ਕਿਹਦੇ ਨਾਲ? ਭੈਣਾਂ ਦੀ ਗਿਣਤੀ ਨੂੰ 2 ਨਾਲ ਗੁਣਾ ਕੀਤਾ ਤੇ ਭਰਾਵਾਂ ਦੇ ਬਰਾਬਰ ਰੱਖਤਾ। ਆ ਸਮਝ ਆ ਗਈ ਗੱਲ? ਭੈਣਾਂ ਦੀ ਗਿਣਤੀ ਨੂੰ 2 ਨਾਲ ਗੁਣਾ ਕਰਕੇ ਕੁੜੀ ਦੇ ਕੇਸ 'ਚ ਭਰਾਵਾਂ ਦੇ ਬਰਾਬਰ ਰੱਖਤਾ। ਇੱਕ ਇਕੁਏਸ਼ਨ ਤੁਹਾਡੇ ਕੋਲ ਆ ਬਣ ਰਹੀ ਆ, ਇੱਕ ਇਕੁਏਸ਼ਨ ਤੁਹਾਡੇ ਕੋਲ ਆ ਬਣ ਰਹੀ ਆ। ਕੀ ਤੁਹਾਡਾ ਸਵਾਲ ਸੋਲਵ ਨਹੀਂ ਹੋ ਸਕਦਾ? ਹੋ ਸਕਦਾ, ਮੈਂ ਕਰਕੇ ਦਿੰਦਾ ਹੈ। ਕਹਿੰਦਾ y ਇੱਧਰ ਆ ਗਿਆ ਤੇ 1 ਉੱਧਰ ਚਲੇ ਗਿਆ, x ਮਾਈਨਸ y ਬਰਾਬਰ ਹੈ 1। ਪਹਿਲੀ ਇਕੁਏਸ਼ਨ। ਕੋਈ ਡਾਊਟ? ਇੱਧਰ ਆ ਜਾਓ। ਹੁਣ 2y ਮਾਈਨਸ 2 ਬਰਾਬਰ ਹੈ x। ਆ 2y ਉੱਧਰ ਚਲੇ ਗਿਆ, ਇਹ ਬਣ ਗਿਆ। ਜਾਂ ਕੁਛ ਨਹੀਂ ਕਰੋ,
एक्स इधर ले आओ माइनस, आ माइनस का 2 उधर चले गया प्लस, दूजी इक्वेशन बन गई 2y माइनस एक्स बराबर है 2। कभी घबरा ना जाओ कि इत्थे एक्स उपर इत्थे थले आ, कोई टेंशन नहीं। तो मैं तुहानूं किन्ने बेसिक्स दस्से आ कि जदों आपां एक्स वाई चों कोई एक हटाउणा होवे तो पहली रूल ये देखा करो कि हटाउणा किनूं चाहिदा है। एक्स वाले बड़े आराम नाल कट्टे जा सकते हैं। एक तो एक्स दे अगे गुणा कितना हो रहा है 1, थल्ले वाले एक्स दे अगे कितना गुणा हो रहा है 1। पहली गल पहली शर्त पूरी। तो दूजी शर्त की कहती है, दोवां दे साइन देखो, दोवां दे साइन सेम है कि अड्डो अड्ड, अड्डो अड्ड। इत्थे एक्स दे अगे किहड़ा साइन आ प्लस, इत्थे एक्स दे अगे किहड़ा साइन आ माइनस। इन्हां दोवां समीकरणां नूं जोड़ दो। ये तो बेसिक मैथ आ। जिन्होंने नहीं पता वो बिल्कुल बेसिक मैथ 4, 5 ते 6 वीडियो देखण, उस सारा स्टैप बाय स्टैप दस्सिया होया, क्योंकि उहदे च मैं कोई स्टेटमेंटां नहीं कराइयां, बस यही दस्सिया कि आह 2 इक्वेशनां ने हल करो। ठीक है, आपां जिहड़ी बेसिक मैथ की शीट दित्ती है एक्स वाई सॉल्व करने वाली, उहदे च 2 सवालों च डाउट गलतियां ने वो निकलियां सवाल तो बाद ने, तो वो चेंज करवा दूंगा मैं। ठीक है, वो दस भी दूंगा। 2 सवाल ने लास्ट च जाके वो चेंज होणगे। ईवन कि जिहड़ी मैं सिंपलीफिकेशन की शीट दोबारा शेयर करूँगा ना ਉਹਦੀ बेसिक मैथ की, वो लिखूँगा अपडेटेड, ताकि वो लास्ट च 2 कुछ सवाल ने उन्होंने गलती क्लीयर हो जाए तुहाडी। एवें खपदे रहोगे। दोवां नूं जोड़ दो, एक्स माइनस वाई प्लस 2y माइनस एक्स। सो टाइम खराब ना करो, जिन्हों का नहीं हैगा वो पहला जाके ऐप 'चो वीडियोज़ देखण, फिर आ हल होगा। तो एक इधर भी जोड़ांगे, 1 जमा 2 कितना आ गया 3, माइनस का y प्लस का 2y कितना आ गया y कितना आ गया अपने को 3। y कुड़ियां की गिणती सी, y 3 आ गया। तो बई एक गल दसो, जे y 3 आ गया तो x माइनस y प्लस 1 बराबर है x। y जे 3 आ तो x कितना आ गया भला 4, क्योंकि y च 1 जोड़ के x 4x, ਇਹਦਾ मतलब 4 मुंडे सी 3 कुड़ियां सी, कोई आही सीगा। इट मीनस जे मैं सीधा तुक्का मारना होवे कि जी 4 ऑप्शन दिते आ तुहानूं, 4 मुंडे 3 कुड़ियां, 4 मुंडे 4 कुड़ियां, 3 मुंडे 4 कुड़ियां, तो कुछ भी नहीं कह सकते। ऑप्शनों तो भी सवाल निकल सकता सीगा। किवें निकल सकता सी? तुसीं पहली ऑप्शन चक्को कि 4 मुंडे आ ते 3 कुड़ियां है। जे 4 मुंडे होण, 4 मुंडे होण, ठीक है, तो 3 कुड़ियां होण, 3 की होण भला कुड़ियां। इस मुंडे नूं पुछो पहले नूं कि हाँ भी काका तेरे किन्ने भाई आ, किन्ने भाई दसूगा अपने 1 2 3, तो किन्नियां भैणां दसूगा 3, 1 2 3। पहली शर्त पूरी। आ कुड़ी नूं पुछो कि हाँ भी तेरे भाई किन्ने आ, वो की कहूगी 1 2 3 4। भैणां किन्नियां ने 2, दोवें शर्तां पूरीਆਂ। मुंडे के केस च भाई ते भैण बराबर आ, कुड़ी के केस च भाइयों की गिणती भैणां तो दुगनी आ। पहली ऑप्शन लाओ टिक। ठीक है, सोच के देखो जे पेपर च एवें ऑप्शन आ जाता कि कुल मिला के किन्ने भाई भैण आ 5 6 7 के 9, फिर की करते? फिर भी किते फिर ये नहीं पता लगना कि किन्ने भाई ते किन्नियां भैणां है। मतलब ऑप्शनां देने वाला कन्फ्यूज़ भी कर सकता है। फिर भी तुसीं मतलब बड़े दिमाग ला के सोचना है कि सवाल नूं किवें हल कढ़ना है, कि वाकई एक्स वाई ते जाना जरूरी है कि एक्स वाई तो बिना भी हो सकता सवाल। पर एक गल याद रखियो, जे तां यही सवाल तुसीं उम्मीद करदे हो कि पेपर च आ जाए, फिर तां जी एक्स वाई तो बिना भी करता आपां। पर जे तुसीं सोचते हो कि मैथ एवें सिखो कि पेपर च अणजाण तो अणजाण सवाल च भी एक्स वाई वरत्या जा सके, क्योंकि ये तो वरतने ही पैणगे। शॉर्टकट तो बिना, शॉर्टकट नाल मैथ बहुत ही दूर नहीं हैगा हुण। ठीक है, PSSB के पेपरां च अज भी शॉर्टकट चलते हैं, पर PPSC भी अज तक चलते सी। अगलिਆਂ ने एक अद्धे पेपर च घुमा के परा मारिया, टाइम उन्होंने भी नहीं लाउणा। कुछ भी किया जा सकता है। बेसिक्स नाल मैथ जिंदगी च एक बार सीखना ही पैना है, नहीं तो हर एक उस पेपर च खारज कर दिते जाओगे ਜਿਹੜੇ पेपर च पोस्टां की गिणती 50 तो 100 ਦੇ ਵਿੱਚ ਰਹੂਗੀ। बिकॉज उत्थे बेसिक्स की लोड़ पऊगी। एक सवाल भी नहीं छड्डिया जा सकता, एक भी सवाल। एक्साइज इंस्पैक्टर का पेपर होया सी पिछे जे, A³ प्लस B³ प्लस C³ माइनस 3ABC बराबर है A जमा B जमा C इंटू A² प्लस B² प्लस C² माइनस AB माइनस BC माइनस CA का सवाल भी आया होया सीगा। इट मीनस सवाल पाने वाला अपना उहदे च PSSB चो एक गल का एहसास करा चुके हैं कि असी 15 चो 2-3 सवाल हाई लैवल के पाने आ। ये अज तो 1.5-6 महीने पुरानी गल आ, वक्त अगे लंघ गया है। जे उन्होंने 15 चो 5 सवाल भी हाई लैवल के पाते ਜਿਹੜੇ बेसिक्स तो बिना किसी फार्मूले नाल होण ही ना, तो फिर आपां की करांगे कि असी उस कंपीटीशन च स्टैंड करांगे। एक बार सानू दिमाग ला के अपना दिमाग खोलना पैना ही आ, अदरवाइज उसका कोई इलाज नहीं हैगा। ठीक है जी, नैक्सट अगला सवाल करो जी अगे। ये बड़ा सौखा सवाल है। ठीक है, ये तो मैं बिल्कुल भी नहीं कहूँगा कि तुसीं टाइम लाओ। समीता नूं कहा कि एक नंबर आ जी उहदे नाल 36 गुणा कर, उन्हें नंबर नूं 63 नाल गुणा करता तो आंसर
3834 ज़्यादा ले लिया असली आंसर तो। ये तो बहुत सौखा है। तुहानूं किसी ने कहा कि एक नंबर आ तू उहदे नाल गुणा कर, तुहानूं नंबर नहीं पता, तुसीं की कीता, नंबर नूं की मान लिया एक्स। एक्स नूं उहने किहदे नाल गुणा करना सी 36 नाल, तो 36 नाल गुणा करके कितना आउणा सी 36x। ओए उहने किन्ने नाल गुणा कर लिया नंबर 63 नाल, ते उहदा आंसर कितना आ गया 63 गुणा x। कहंदा आंसर वध आऊगा कि घट आऊगा, वध ही आऊगा। कितना वध आ गया, दोवां दे विचला डिफरेंस आही आ, दोवां दे विचला डिफरेंस यही वध आया। आंसर कितना आ गया जी, आंसर वध 3834। बस सिंपल जिहा सवाल आ, ये तो कुछ नहीं। तुसीं एक नंबर लिया x, वो तुहानूं कल ये भी कह सकते आ, पता की कह सकते हैं भला, वो तुहानूं कहणगे एक नंबर आ जी, पता नहीं अगे हैगा सवाल कि नहीं, एक नंबर आ जी उन्होंने 5/4 नाल गुणा करना सीगा, ਉਹਨੂੰ ਕੀ ਕਰਨਾ ਸੀ 5/4 ਨਾਲ ਗੁਣਾ ਕਰਨਾ ਸੀ, ਤੇ ਤੁਸੀਂ ਉਸ ਨੰਬਰ ਨੂੰ 5/4 ਨਾਲ ਕੀ ਕਰਤਾ ਡਿਵਾਈਡ ਕਰਤਾ। ਤੁਸੀਂ ਉਸ ਨੰਬਰ ਨੂੰ 5/4 ਨਾਲ ਕੀ ਕਰਤਾ ਡਿਵਾਈਡ ਕਰਤਾ। ਤੁਸੀਂ ਉਸ ਨੰਬਰ ਨੂੰ 5/4 ਨਾਲ ਡਿਵਾਈਡ ਕਰਤਾ। ਕਰਨਾ ਕੀ ਸੀਗਾ ਭਲਾ ਗੁਣਾ ਕਰਤਾ, ਤੁਸੀਂ 5/4 ਨਾਲ ਕੀ ਭਲਾ ਡਿਵਾਈਡ। ਠੀਕ ਆ, ਜੇ ਤੁਸੀਂ ਉਹਨੂੰ 5/4 ਨਾਲ ਡਿਵਾਈਡ ਕਰਤਾ ਤਾਂ ਤੁਹਾਡਾ ਆਨਸਰ 81 ਘੱਟ ਆ ਗਿਆ। ਕਿੰਨਾ ਆਨਸਰ ਘੱਟ ਆਇਆ 81 घट आया, 81 घट आया, वो ठीक है 63 घट आया, सॉरी कितना घट आया 63 घट आया। दसो कि नंबर कितना सी। आ सवाल नहीं मैं वधिया जिहा औखा सवाल कराउण लगा, आ डब्बे च पाता। तुसी एक नंबर सीगा तुहानूं नहीं पता वो नंबर कितना सीगा x, तुसी उस नंबर नूं 5/4 नाल की करना सीगा गुणा। जदों किसी नंबर नूं 5/4 नाल गुणा करदे हो तां नंबर कितना बनदा है 5/4 गुणा x, आही बनदा है। तुसी उस नंबर नूं गलती नाल 5/4 नाल की करता भला, वो की करता डिवाइड। तुसी x नूं 5/4 नाल डिवाइड करता, x नूं 5/4 नाल की करता डिवाइड। जिन्होंने मेरे तो बेसिक मैथ दीयां सारियां वीडियोज़ देखियां ने कि उन्होंने पढ़िया है, मैं दो गल्लां 'च बड़ा फर्क दसदा हुन्ना कि जे a/b नूं c नाल भाग करना होवे, a/b नूं c नाल भाग करना होवे तां जवाब आउंदा है a/b गुणा c। जे a नूं b/c नाल भाग करना होवे, जेकर a नूं b/c नाल भाग करना होवे तां जवाब आउंदा है a/b ते बटे दा बटे उपर गुणा च। दसी ना मैं गल, गलती ना करियो। कहना गलती नाल x नूं 5/4 नाल भाग करता उन्हें, आह वाला तरीका लगूगा कि आह तरीका लगूगा उपर वाला, ਇਹਦਾ मतलब 4 उपर चले जाऊगा 4x/5। आंसर आ गया ਉਹਦਾ 4x/5। ਕਹਿੰਦਾ आंसर चाहिदा सी आ, आंसर आ गया आ। जिन्ना चाहिदा सी ਉਹਦੇ ਤੋਂ आंसर 63 घट आया, वो कितना घट आया 63। कितना आंसर घट आया 63 आंसर घट आया। ਇਹਦਾ मतलब ਦੋਵਾਂ ਦੇ ਵਿਚਲਾ ਫਾਸਲਾ ਕਿੰਨਾ ਸੀਗਾ 63। ਪਹਿਲਾਂ ਵਾਲਾ ਜ਼ਿਆਦਾ ਸੀ, ਦੂਜੇ ਵਾਲਾ ਜਿਹੜਾ ਆਇਆ ਉਹ ਘੱਟ ਸੀਗਾ। ਦੋਵਾਂ ਦੇ ਵਿਚਲਾ ਫਾਸਲਾ ਕਿੰਨਾ ਸੀਗਾ 63। ਕਹਿੰਦਾ ਜੀ ਨੰਬਰ ਦੱਸੋ ਕਿੰਨੇ ਨਾਲ ਗੁਣਾ ਹੋਣਾ ਸੀ ਉਹ। ਆ ਜਾਓ, ਆਹ 5 ਆ 4 ਆ, ਸਭ ਨੂੰ ਲਘੁੱਤਮ ਲੈਣਾ ਹੁੰਦਾ। ਤੁਹਾਡੇ ਚੋਂ ਬੜੇ ਕਹਿਣਗੇ ਕਿ 5 ਉੱਧਰ ਚਲੇ ਜਾਊਗਾ। ਜਦੋਂ ਤੱਕ ਥੱਲੇ ਲਾਈਨ ਦੇ ਥੱਲੇ ਇੱਕ ਨੰਬਰ ਨਹੀਂ ਹੁੰਦਾ ਪਰਲੇ ਪਾਸੇ ਨਹੀਂ ਜਾਂਦਾ। 5 ਦਾ ਤੇ 4 ਦਾ ਐਲਸੀਐਮ ਲੈਣਾ ਸਿਖਾਇਆ, ਕਿੰਨਾ ਆਊਗਾ 20। ਲਓ ਜੀ ਇੱਥੇ ਲਿਖੋ 20 ਨੂੰ 4 ਨਾਲ ਭਾਗ ਕਰਿਆ 5 ਨੂੰ ਉੱਪਰਲੇ 5 ਨਾਲ ਗੁਣਾ ਕੀਤਾ, ਕਿੰਨਾ ਆ ਗਿਆ ਭਲਾ 25x। 20 ਨੂੰ 5 ਨਾਲ ਕੀਤਾ 4 ਤੇ 4 ਗੁਣਾ 4 16x बराबर है 63। ਤੇ ਰੱਬ ਭਲਾ ਕਰੇ। ਆਹ ਦੇਖੋ ਜੀ ਕਿੰਨਾ ਆ ਗਿਆ ਆਪਣੇ ਕੋਲ 25 - 16 ਕਿੰਨਾ ਹੁੰਦਾ ਹੈ 25 - 16 ਕਿੰਨਾ ਹੁੰਦਾ ਹੈ 9। ਠੀਕ ਹੈ 9x/20 बराबर है 63। ਇਹਦਾ मतलब x बराबर है 20 ਥੱਲੇ ਭਾਗ ਹੋ ਰਿਹਾ, ਪਰਲੇ ਪਾਸੇ ਜਾ ਕੇ ਗੁਣਾ, 9 ਉਧਰ ਗੁਣਾ ਹੋ ਰਿਹਾ, ਇੱਧਰ ਜਾ ਕੇ ਭਾਗ 7 ਆ ਗਿਆ ਤੇ ਵੱਟੀ 7 × 20 7 × 20 140। ਇਟ ਮੀਨਸ ਅਸਲ ਚੋਂ ਨੰਬਰ ਕਿੰਨਾ ਸੀਗਾ 140। ਕਿਵੇਂ ਅਸੀਂ x ਦੇ ਸਵਾਲ ਜਿਹੜੇ ਆ ਜੀ ਉਹਨਾਂ ਨੂੰ ਹੱਲ ਕਰਨਾ ਪਤਾ ਲੱਗ ਗਿਆ। ਇਟ ਮੀਨਸ ਮੈਂ ਉਹ ਵੀ ਦੱਸਦਾ, ਪਤਾ ਨਹੀਂ ਉਹ ਸਵਾਲ ਅੱਗੇ ਹੈਗਾ ਕਿ ਨਹੀਂ ਇਹ ਵਾਲਾ, ਕਿ ਤੁਸੀਂ ਇੱਕ ਨੰਬਰ ਨੂੰ 5/4 ਨਾਲ ਗੁਣਾ ਕਰਨਾ ਸੀ, ਬਾਈ ਮਿਸਟੇਕ ਤੁਸੀਂ ਡਿਵਾਈਡ ਕਰਤਾ ਤੇ ਨੰਬਰ ਦਾ ਡਿਫਰੈਂਸ ਪੈ ਗਿਆ। ਆ ਜਾਓ ਜੀ ਅੱਗੇ, ਹੁਣ ਆ ਵੀ ਸਵਾਲ ਹੋ ਜਾਊਗਾ, ਇਹ ਤਾਂ ਤੁਸੀਂ ਆਪੇ ਕਰ ਲੋਗੇ। ਠੀਕ ਆ, ਆ ਅਗਲਾ ਸਵਾਲ ਤੁਸੀਂ ਆਪਣੇ ਆਪ ਕਰ ਲੋਗੇ। ਠੀਕ ਆ, ਇਹੋ ਜਿਹਾ ਸਵਾਲ ਨੈਮ ਨੇ ਪੁੱਛਿਆ ਸੀਗਾ। ਆ ਜਾਓ ਅੱਗੇ। ਠੀਕ ਆ, ਆ ਲਓ ਇੱਕ ਬੱਚੇ ਨੂੰ ਕਿਹਾ ਕਿ ਤੂੰ 7/8 ਨਾਲ ਇੱਕ ਨੰਬਰ ਨੂੰ ਕੀ ਕਰ, ask to find 7/8 of a number। ठीक है, आ लो जी करो। एक बच्चे ਨੂੰ ਕਿਹਾ ਗਿਆ ਕਿ ਤੂੰ ਕਿਸੇ ਨੰਬਰ ਦਾ 7/8 ਕਰ। ਕੀ ਕਰ 7/8 ਕਰ। ਕਿਸੇ ਨੰਬਰ ਦਾ 7/8 ਕਰਨ ਦਾ ਮਤਲਬ ਪਤਾ ਕੀ ਹੁੰਦਾ ਕਿ ਕਿਸੇ ਨੰਬਰ ਨੂੰ 7/8 ਨਾਲ ਕੀ ਕਰਦੇ ਗੁਣਾ ਕਰਦੇ। ਕਿਸੇ ਨੰਬਰ ਮੈਂ ਤੁਹਾਨੂੰ ਕਿਵੇਂ ਕਹਾਂ ਕਿ ਕਿਸੇ ਨੰਬਰ ਦਾ 1/4 ਕਰੋ ਤਾਂ ਤੁਸੀਂ 1/4 ਨਾਲ ਉਸ ਨੰਬਰ ਨੂੰ ਕੀ ਕਰ ਦਿੰਦੇ ਹੋ ਭਲਾ ਗੁਣਾ ਹੀ ਕਰਦੇ ਹੋ। ਯਾਰ ਮੈਂ ਤੁਹਾਨੂੰ ਕਹਾਂ ਜੀ x ਦਾ ਕਿਸੇ ਨੰਬਰ ਦਾ 1/4 ਕਰੋ, ਤੁਸੀਂ ਕੀ ਕਰਦੇ ਹੋ ਕਿਸੇ ਨੰਬਰ ਦਾ 1/4। ਦਾ ਦੀ ਇੰਗਲਿਸ਼ ਕੀ ਹੁੰਦੀ ਆ ਆਫ, ਤੇ ਆਫ ਦਾ ਮਤਲਬ ਕੀ ਹੁੰਦਾ ਹੈ
ਮਲਟੀਪਲਾਈ। ਇਟ ਮੀਨਸ ਕਿਸੇ ਨੰਬਰ ਦਾ 7/8 ਕਰਨ ਦਾ ਮਤਲਬ ਕਿਸੇ ਨੰਬਰ ਨੂੰ 7/8 ਨਾਲ ਕੀ ਕਰ ਦੋ, ਗੁਣਾ। ਉਹ ਨੰਬਰ ਨਹੀਂ ਪਤਾ ਤੁਹਾਨੂੰ ਕਿੰਨਾ। ਮੈਥਸ ਤਾਂ ਇੱਕੋ ਗੱਲ ਆ, ਐਕਸ ਵਾਈ ਵਾਲੇ ਸਵਾਲਾਂ 'ਚ ਇੱਕ ਗੱਲ ਆ ਕਿ ਕਿਹਨੂੰ ਐਕਸ ਮੰਨਣਾ ਹੈ। ਅੱਛਾ, ਕਿਸੇ ਨੰਬਰ ਦਾ 7/8 ਕਰਨਾ ਹੈ, ਕਿਸੇ ਨੰਬਰ ਦਾ, ਨੰਬਰ ਨੂੰ ਐਕਸ ਮੰਨ ਲਓ, ਉਸ ਨੰਬਰ ਦਾ ਕਰ ਦਿਓ 7/8, ਕਰਤਾ। ਪਰ ਅਸਲ 'ਚ ਕੀ ਆ, ਉਹਨੇ ਜਨਾਬ ਨੇ ਕੀ ਕਰਤਾ, ਬਾਈ ਮਿਸਟੇਕ ਉਸ ਨੰਬਰ ਦਾ 7/8 ਨਹੀਂ ਪਤਾ ਕੀਤਾ, ਕਿੰਨਾ ਪਤਾ ਕਰਤਾ, 7/18। ਉਹਨੇ ਚੱਕ ਕੇ ਉਸੇ ਨੰਬਰ ਦਾ ਹੀ 7/18 ਪਤਾ ਕਰਤਾ। ਹੁਣ ਤੁਹਾਡੇ ਚੋਂ ਕੱਲ੍ਹ ਵਾਲਾ ਮੈਥ ਜਿਨ੍ਹਾਂ ਨੇ ਲਾਇਆ ਹੈ, ਦੱਸੋਗੇ ਇਹਨਾਂ ਚੋਂ ਵੱਡਾ ਕਿਹੜਾ ਹੈ, 7/8 ਕਿ 7/18? 7/8। ਜਿੰਨਾ ਡਿਨੋਮੀਨੇਟਰ ਯਾਨੀ ਕਿ ਹਰ ਛੋਟਾ ਹੋਊਗਾ ਉਹਨਾਂ ਓਵਰਆਲ ਨੰਬਰ ਕੀ ਹੋਊਗਾ, ਵੱਡਾ। ਇਟ ਮੀਨਸ 7/8 ਕਰਕੇ ਉਸ ਨੰਬਰ ਦਾ ਵੱਡਾ ਆਨਸਰ ਆਉਣਾ ਸੀ, ਤੇ 7/18 ਕਰਕੇ ਆਨਸਰ ਵਧਿਆ ਕਿ ਘਟਿਆ, ਘਟ ਗਿਆ। ਇਹ ਵੀ ਦੱਸਿਆ ਹੈ, ਕਹਿੰਦਾ ਉਹਦਾ ਆਨਸਰ 770 ਘੱਟ ਆ ਗਿਆ, ਬਰਾਬਰ ਹੈ 770। ਇੱਥੋਂ ਕੀ ਹੋ ਤੁਸੀਂ ਐਕਸ ਨਹੀਂ ਕੱਢ ਸਕਦੇ, ਬੜੇ ਆਰਾਮ ਨਾਲ ਆ ਗਿਆ। ਠੀਕ ਆ, ਲਓ ਜੀ ਗੱਲ ਨੈਕਸਟ ਅੱਗੇ ਆ ਜਾਓ। ਇਹ ਤਾਂ ਆਰਾਮ ਨਾਲ ਹੋਣਗੇ ਸਵਾਲ। ਹੁਣ ਆ ਸੇਮ ਉਹੀ ਸਵਾਲ ਆ, ਡਿਵਾਈਡ ਕਰਨਾ ਸੀ 7/18 ਨਾਲ, ਉਹਨੇ ਉਹਨੂੰ ਮਲਟੀਪਲਾਈ ਕਰਤਾ ਤੇ ਆਨਸਰ 225 ਵੱਧ ਆ ਗਿਆ। ਕਰ ਲੋਗੇ ਆਪਣੇ ਆਪ, ਬੇਸਿਕ ਮੈਥ ਬਿਲਕੁਲ। ਹੁਣ ਤਾਂ ਨੈਕਸਟ ਅੱਗੇ ਆ ਜਾਓ ਜੀ। ਹੁਣ ਇਹ ਅੱਗੇ ਆ ਜਾਓ ਜੀ। ਠੀਕ ਆ ਜੀ, ਆ ਜਾਓ ਅੱਗੇ, ਪੜੋ ਕੀ ਆ। ਸੰਕੇਤ अर्न्स ट्वाइस एज मच इन मंथ ऑफ मार्च एज इन अदर मंथ ऑफ द ईयर। ठीक है, बड़ा ये तो फ्रैक्शन वाला सवाल आ, भिन्न वाला सवाल आ। लाओ दिमाग, ठीक है, पूरा दिमाग लाओ कि इनू आपां किवें करना है। फ्रैक्शन संकेत मार्च के महीने संकेत मार्च के महीने विच साल के दूजे महीनों नालों दुगनी कमाई करता है। मार्च के महीने कितनी कमाई करता है, दुगनी। तो दसो मार्च के महीने वो वट पार्ट ऑफ द एंटायर एनुअल इनकम, वो साल की कुल कमाई चों मार्च के महीने की कमाई दसो कितनी आ। ऑप्शंस ने 1/7, 2/13, 2/11 कि 1/13। ये सवाल आ जी। ठीक है जी, 1/7, 2/11, 2/13 कि 1/13। ऑप्शन आंसर दिता हुआ थले, आंसर देना चाहे मैंने लगता आंसर गलत आ। ठीक है, आंसर मैं मन के ही चलदा कि गलत पाया होया, गलती नाल गलत लिखा गया, आंसर टाइप हो गया। देखो बाकी सारे महीनों तो मार्च के महीने की कमाई की है डबल। ये मतलब जनवरी चो कमाता X रुपए, फरवरी च X, मार्च च दुगना X, अप्रैल X, मई X, जून X, जुलाई च भी X, अगस्त, सितंबर, अक्तूबर, नवंबर ते दसंबर। ਜਿਹੜੇ ਮਹੀਨੇ ਦੀ ਫ੍ਰੈਕਸ਼ਨ ਪਤਾ ਕਰਨੀ ਹੋਵੇ ਕਿ ਕਿਸ ਮਹੀਨੇ 'ਚ ਕਿੰਨਾ ਅਨੁਪਾਤ ਕਮਾਇਆ ਤੁਸੀਂ, ਫ੍ਰੈਕਸ਼ਨ ਕਿੰਨੀ ਆ, ਰੂਲ ਇਹ ਆ ਕਿ ਜਿਹੜੇ ਮਹੀਨੇ ਦੀ ਫ੍ਰੈਕਸ਼ਨ ਪਤਾ ਕਰਨੀ ਹੈ ਉੱਪਰ ਉਸ ਮਹੀਨੇ ਦੀ ਕਮਾਈ ਤੇ ਥੱਲੇ ਸਾਰੇ ਮਹੀਨਿਆਂ ਦੀ ਕਮਾਈ। ਆਹ ਦੱਸੋ ਜੀ ਗਲਤ ਆ, ਕਲੀਅਰ ਹੈ ਗੱਲ। ਉਸ ਮਹੀਨੇ ਦੀ ਕਮਾਈ ਬਟੇ ਥੱਲੇ, ਜਿਵੇਂ ਆਪਾਂ ਨੂੰ ਕਿਸੇ ਨੇ ਕਹਿਤਾ ਕਿ ਕਲਾਸ 'ਚ 4 ਕੁਰਸੀਆਂ ਬਲੈਕ ਆ, 3 ਕੁਰਸੀਆਂ ਵਾਈਟ ਆ, ਦੱਸੋ ਕਾਲੀਆਂ ਕੁਰਸੀਆਂ ਦਾ ਫ੍ਰੈਕਸ਼ਨ ਕਿੰਨੀ ਆ। ਦੱਸੋ ਕਾਲੀਆਂ ਕੁਰਸੀਆਂ ਦੀ ਫ੍ਰੈਕਸ਼ਨ ਕਿੰਨੀ ਆ। ਉੱਪਰ ਕਾਲੀਆਂ ਕੁਰਸੀਆਂ ਫ੍ਰੈਕਸ਼ਨ ਦੱਸਣੀ ਆ ਨਾ, ਥੱਲੇ ਕੁੱਲ ਕੁਰਸੀਆਂ 7। ਉੱਪਰ ਜਿਹੜੇ ਮਹੀਨੇ ਦੀ ਕਮਾਈ ਪੁੱਛੀ ਆ ਉਸ ਮਹੀਨੇ ਦੀ ਕਮਾਈ ਉੱਪਰ, ਥੱਲੇ ਕੁੱਲ ਕਮਾਈ। ਤੁਸੀਂ ਕਹੋਗੇ ਮਾਰਚ ਦੇ ਮਹੀਨੇ 'ਚ ਬਾਕੀ ਸਾਰੇ ਮਹੀਨਿਆਂ ਦੀ ਕਮਾਈ ਤੋਂ ਦੁੱਗਣਾ ਕਮਾਉਂਦਾ ਹੈ, ਇਹਦਾ ਮਤਲਬ ਬਾਕੀ ਸਾਰੇ ਮਹੀਨਿਆਂ 'ਚੋਂ x ਕਮਾਉਂਦਾ ਹੈ ਤੇ ਮਾਰਚ ਦੇ ਮਹੀਨੇ 'ਚ ਕਿੰਨਾ ਕਮਾਉਂਦਾ ਹੈ, 2x। ਉੱਪਰ ਮਾਰਚ ਦੇ ਮਹੀਨੇ ਦੀ ਕਮਾਈ, ਥੱਲੇ ਕੁੱਲ ਕਮਾਈ, ਤੇ ਆਨਸਰ ਕਿੰਨਾ ਆ ਗਿਆ ਭਲਾ, 2/13। ਇਟ ਮੀਨਸ ਇਹਦਾ ਆਨਸਰ ਸਹੀ ਕਰ ਦਈਏ ਆਪਾਂ, ਇਹਦਾ ਆਨਸਰ ਆ ਗਿਆ ਆਪਣੇ ਕੋਲ ਕਿੰਨਾ, B। ਕੋਈ ਡਾਊਟ ਇਹਦੇ 'ਚ? ਨੈਕਸਟ ਅੱਗੇ ਆ ਜਾਓ। ਹਾਂ, ਪੜ੍ਹ ਕੇ ਦੇਖੋ ਅਗਲਾ ਸਵਾਲ ਕੀ ਕਹਿੰਦਾ ਹੈ। इफ 1/3 ऑफ दी टैंक होल्ड, ये सवाल मैं पहला कराया होया है, कल भी कराया है, पर हुण अज नहीं कराऊंगा मैं, क्योंकि मैं चाहना कि कल वाला सवाल जिहड़ा ना उहदे दिमाग एक बारी घरे जाके शीट अवेलेबल, हजे शीट अवेलेबल नहीं हुई, अज ये शीट चैट बॉक्स भी अवेलेबल हो जूगी। ठीक है, तो जे बाई चांस किसी को ऐप नहीं की हजे, तो ये शीट अज टैलीग्राम के मास्टर क्लासिस पटियाला के चैनल पर भी अपलोड हो जूगी, पूरी की पूरी शीट। ठीक है, उत्थे तुसीं ये सवाल कर सकते हो, करोगे। ठीक है, ये कल कराया होया, इहदे नाल दा सवाल आराम नाल होऊगा। नैक्सट आ जाओ जी, अगला सवाल आ, फिर भी इक्वेशनस नाल निकलूगा। छोटियां छोटियां इक्वेशनां सॉल्व करोगे ना, तां ही जाके आपां अगे दे सवालों नूं हत्थ पावांगे, क्योंकि अगला चैप्टर बड़ा खतरनाक है जिहड़ा मैं कराउणा। HCF LCM पता लगूगा, दिमाग तो उहदे च वरतिया जाना है। PPSC का फेवरेट टॉपिक है HCF LCM, ਜਾਂ ਸਾਰੇ बोर्ड के पेपरां च बहुत शानदार पुछया जाता है। 70 सेंटीमीटर लंबी तार आ, उहनूं 2 हिस्सिਆਂ च कट्टिया गया इस तरीके नाल कि पहला पीस जिहड़ा है 2.5 2/5 एज लॉन्ग एज दी अदर। ਇਹੋ ਜਿਹੇ ਸ਼ਬਦ ਹੀ ਮੈਂ ਤੁਹਾਨੂੰ ਪੜਾਉਣਾ ਚਾਹੁੰਦਾ ਬਸ, ਐਜ਼ ਲੌਂਗ ਐਜ਼ ਦੀ ਅਦਰ। ਜਿਹੜੇ ਪੰਜਾਬੀ 'ਚ ਪੜ੍ਹਨਾ ਚਾਹੁੰਦੇ ਆ ਨਾ ਇਹ ਸ਼ਬਦ, ਉਹ ਇਹ ਆ ਕਿ 70 ਸੈਂਟੀਮੀਟਰ ਲੰਬੀ ਤਾਰ ਨੂੰ 2 ਟੁਕੜਿਆਂ ਵਿੱਚ ਕੱਟਣਾ ਹੈ, ਜਿਸ ਨਾਲ ਇੱਕ ਟੁਕੜਾ ਦੂਜੇ ਟੁਕੜੇ ਨਾਲੋਂ ਦੂਜੇ ਹਿੱਸੇ ਵਿੱਚ
ਨਾਲੋਂ ਦੂਜੇ ਹਿੱਸੇ ਨਾਲੋਂ 2/5 ਲੰਬਾ ਹੋਵੇਗਾ। ਛੋਟਾ ਟੁਕੜਾ ਕਿੰਨੇ ਸੈਂਟੀਮੀਟਰ ਦਾ ਹੋਵੇਗਾ? ਸਵਾਲ ਇਹ ਆ। ਪੰਜਾਬੀ ਵਾਲਿਆਂ ਵਾਸਤੇ ਇੱਥੇ ਨਾਲੋਂ ਆ, ਇੰਗਲਿਸ਼ ਵਾਲਿਆਂ ਵਾਸਤੇ ਬਿਲਕੁਲ ਸਹੀ ਆ। ਠੀਕ ਆ, ਕਿਉਂਕਿ ਕੋਸ਼ਿਸ਼ ਤਾਂ ਮੈਂ ਬੜੀ ਕਰਾਉਣਾ ਕਿ ਜਿਹਨੂੰ ਕਹਿਣਾ ਕਿ ਤੁਸੀਂ ਇਹਨੂੰ ਟਰਾਂਸਲੇਟ ਕਰੋ ਕਿ ਬਿਲਕੁਲ ਐਰਰ ਨਾ ਹੋਵੇ। ਇਸੇ ਕਰਕੇ ਜਿਹੜੀ ਇਹ ਹੈ ਨਾ ਸ਼ੀਟ ਆ, ਇਹ ਅੱਜ ਅਪਲੋਡ ਹੋਊਗੀ ਬਿਕੋਜ਼ ਇਹ ਬਣ ਕੇ ਆਈ ਆ ਬਿਲਕੁਲ ਹਜੇ। ਇਸ ਤੋਂ ਬਾਅਦ ਇਹਦੇ 'ਚੋਂ ਗਲਤੀਆਂ ਕੱਢਣੀਆਂ ਅਤੇ ਗਲਤੀਆਂ ਨੂੰ ਠੀਕ ਕਰਾਉਣਾ। ਠੀਕ ਆ, ਕਿਉਂਕਿ ਇਹੋ ਜਿਹੀ ਸੈਂਸ ਮੈਨੂੰ ਪਤਾ ਸੀਗਾ ਕਿ ਜਦੋਂ ਨੇ ਟਰਾਂਸਲੇਟ ਕਰਿਆ ਹੋਊਗਾ, ਚਾਹੇ ਗੂਗਲ ਟਰਾਂਸਲੇਟਰ ਦੀ ਹੈਲਪ ਨਾਲ, ਚਾਹੇ ਆਪ ਦਿਮਾਗ ਲਾਇਆ ਹੋਵੇ, ਕਿਤਨਾ ਇੱਥੇ ਗਲਤੀ ਕਰ ਜਾਂਦਾ ਕਰਨ ਵਾਲਾ। ਤਾਂ ਉਹੀ ਚੀਜ਼ ਮੈਂ ਦੱਸਣੀ ਆ। ਆ ਜਾਓ। ਇੱਕ 70 ਸੈਂਟੀਮੀਟਰ ਲੰਮੀ ਤਾਰ ਆ, ਉਹਦੇ 2 ਪੀਸ ਨੇ। ਆ 70 ਸੈਂਟੀਮੀਟਰ ਮੇਰਾ ਤਾਂ ਇੱਕੋ ਹੀ ਫਾਰਮੂਲਾ ਜੀ ਕਰਾਉਣ ਦਾ। ਇੱਕ ਨੂੰ ਮੰਨੋ x, ਇੱਕ ਹਿੱਸੇ ਨੂੰ ਕਿੰਨਾ ਮੰਨੋ y। ਉਹ ਆਹੀ ਆ, ਸੌਖਾ ਯਾਰ। ਇੱਕ ਹਿੱਸਾ x, ਇੱਕ ਹਿੱਸਾ y, ਦੋਵਾਂ ਹਿੱਸਿਆਂ ਦਾ ਜੋੜ ਦੱਸੋ ਕਿੰਨਾ ਹੈ? ਕਿੰਨਾ ਹੈ? 70। ਇਹ ਤਾਂ ਸਮਝ ਆ ਗਈ। ਪਹਿਲੀ ਲਾਈਨ ਡੀਕੋਡ ਕਰ ਲਈ ਸਭ ਨੇ। ਹੁਣ ਦੂਜੀ ਲਾਈਨ ਡੀਕੋਡ ਕਰਕੇ ਦਿਖਾਓ। ਇੱਕ ਹਿੱਸਾ ਦੂਜੇ ਨਾਲੋਂ 2/5 ਜ਼ਿਆਦਾ ਹੈ, ਇਹਦਾ ਮਤਲਬ ਦੱਸੋ ਕੀ ਹੈ? ਇੱਕ ਹਿੱਸਾ ਦੂਜੇ ਨਾਲੋਂ 2/5 ਜ਼ਿਆਦਾ ਹੈ। ਇਹਨੂੰ ਇਕੁਏਸ਼ਨ 'ਚ ਕਿਵੇਂ ਬਣਾਓਗੇ? ਬਸ ਮੈਂ ਤਾਂ ਇਹ ਚਾਹੁੰਦਾ ਕਿ ਮੈਨੂੰ ਇਕੁਏਸ਼ਨ ਬਣਾਉਣੀ ਸਿਖਾ ਦਿਓ ਤੁਸੀਂ, ਕਿ ਮੈਂ ਦੇਖਾਂ ਕਿ ਤੁਸੀਂ। ਚਲੋ ਇਹ ਦੱਸੋ, ਇੱਕ ਹਿੱਸਾ ਦੂਜੇ ਨਾਲੋਂ 2/5 ਜ਼ਿਆਦਾ ਹੈ। 2/5 2/5 ਐਜ਼ ਲੌਂਗ ਐਜ਼ ਦੀ ਅਦਰ, ਦੂਜੇ ਨਾਲੋਂ 2/5 ਗੁਣਾ ਜ਼ਿਆਦਾ ਹੈ। ਇਹਦਾ ਕੀ ਮਤਲਬ ਆ? ਇੱਕ ਹਿੱਸਾ ਦੂਜੇ ਨਾਲੋਂ 2/5 ਗੁਣਾ ਜ਼ਿਆਦਾ ਹੈ। ਐਜ਼ ਲੌਂਗ ਐਜ਼ 2/5 ਦੂਜੇ ਹਿੱਸੇ ਨਾਲੋਂ 2/5 ਲੰਬਾ ਹੋਵੇਗਾ। ਇਹਦਾ ਕੀ ਮਤਲਬ ਆ? ਹਾਂ ਚਲੋ ਆ ਜਾਓ, ਮੈਂ ਇਹਦਾ ਮਤਲਬ ਸਮਝਾਉਣਾ ਤੁਹਾਨੂੰ ਕੀ ਆ। ਤੁਹਾਨੂੰ ਕਿਸੇ ਨੇ ਕਹਿਤਾ ਕਿ ਇੱਕ ਰੋਡ 100 ਮੀਟਰ ਲੰਮੀ ਆ। ਇੱਕ ਰਾਡ ਕਿੰਨੀ ਲੰਮੀ ਆ ਜੀ? 100 ਮੀਟਰ। ਦੂਜੀ ਰੋਡ ਉਹਦੇ ਨਾਲੋਂ ਦੁੱਗਣੀ ਆ, ਤਾਂ ਦੂਜੀ ਕਿੰਨੀ ਹੋਊਗੀ? 200। ਸਵਾਲ ਖਤਮ। ਇੱਕ ਰੋਡ 50 ਮੀਟਰ ਆ, ਦੂਜੀ ਰੋਡ ਉਹਦੇ ਤੋਂ 3 ਗੁਣਾ ਹੈ। ਦੂਜੀ ਰੋਡ ਕਿੰਨੀ ਹੋਊਗੀ? ਕਿੰਨੀ ਆ? 150। ਸਵਾਲ ਖਤਮ। ਇੱਕ ਰੋਡ 40 ਮੀਟਰ ਦੀ ਆ, ਦੂਜੀ ਰੋਡ ਉਹਦੇ ਤੋਂ 4 ਗੁਣਾ ਹੈ। ਦੂਜੀ ਰੋਡ ਕਿੰਨੀ ਹੋਊਗੀ? 200 ਨਹੀਂ 160 ਮੀਟਰ। ਇੱਕ ਰੋਡ 50 ਮੀਟਰ ਦੀ ਆ, ਦੂਜੀ ਰੋਡ ਉਹਦੇ ਨਾਲੋਂ 3 ਗੁਣਾ ਹੋਰ ਲੰਮੀ ਆ। ਇੱਕ ਰੋਡ ਕਿੰਨੇ ਮੀਟਰ ਦੀ ਆ? 50 ਮੀਟਰ ਦੀ। ਕਿੰਨੇ ਮੀਟਰ ਦੀ ਆ ਜੀ ਪਹਿਲੀ ਰੋਡ? 50 ਮੀਟਰ ਦੀ। ਦੂਜੀ ਰੋਡ, ਪਹਿਲੀ ਰੋਡ 50 ਮੀਟਰ ਦੀ ਆ, ਦੂਸਰੀ ਰੋਡ ਉਹਦੇ ਨਾਲੋਂ 4 ਗੁਣਾ ਲੰਬੀ ਹੋਰ ਲੰਬੀ ਆ। ਕਿੰਨੀ ਲੰਬੀ ਆ? 4 ਗੁਣਾ ਹੋਰ ਲੰਬੀ ਆ। ਇਹਦਾ ਕੀ ਮਤਲਬ ਆ? 4 ਗੁਣਾ ਹੋਰ ਲੰਬੀ ਆ। ਕਹਿੰਦਾ ਜਿੰਨੀ ਇਹ ਆ ਹੋਰ ਲੰਬੀ ਕਰਕੇ ਪੰਗਾ ਪੈ ਗਿਆ ਨਾ। ਮਤਲਬ ਕੀ ਸਮਝ ਆ ਗਈ ਨਾ ਗੱਲ? 4 ਗੁਣਾ ਹੋਰ ਲੰਬੀ ਹੋਣ ਦਾ ਮਤਲਬ ਕੀ ਆ? 4 ਗੁਣਾ ਐਜ਼ ਲੌਂਗ ਐਜ਼ ਦਿਸ, 4 ਗੁਣਾ ਹੋਰ ਲੰਬੀ ਆ। ਠੀਕ ਆ, ਇਹ ਹੋਰ ਨਹੀਂ ਕਹਾਣੀ ਖਰਾਬ ਕਰਨੀ ਆ। ਇਸੇ ਕਰਕੇ ਹੀ ਸੈਂਸ ਖਬਰ ਖਰਾਬ ਹੋ ਜਾਂਦੀ ਆ। ਐਜ਼ ਲੌਂਗ ਐਜ਼ ਦਾ ਮਤਲਬ ਆ 4 ਗੁਣਾ ਹੋਰ। ਇਹਦਾ ਮਤਲਬ ਆ ਜੇ ਇਹ 50 ਹੈ ਤਾਂ ਇਹਦਾ 4 ਗੁਣਾ ਕਿੰਨਾ ਹੋਊਗਾ? 200। ਦੂਜੀ ਰੋਡ ਇਹਦੇ ਨਾਲੋਂ 200 ਹੋਰ ਲੰਬੀ ਆ। ਜੇ ਮੈਂ ਕਹਾਂ 4 ਗੁਣਾ ਹੈ ਤਾਂ ਦੂਜੀ ਕਿੰਨੀ ਹੋ ਜੂਗੀ? 200। ਤੁਹਾਡਾ ਸਵਾਲ ਬਿਲਕੁਲ ਸਹੀ ਆ, ਜੋ ਤੁਹਾਡੀ ਗੱਲ ਵੀ ਬਿਲਕੁਲ ਸਹੀ ਆ। 4 ਗੁਣਾ ਹੋਰ ਲੰਬੀ ਦਾ ਮਤਲਬ ਆ ਕਿ ਭਰਾਵਾ ਜਿੰਨੀ ਇਹ ਆ ਉਹਦਾ 4 ਗੁਣਾ ਕੱਢੋ, ਕਿੰਨਾ ਆ ਗਿਆ ਭਲਾ? 200। ਕਿਸੇ ਚੀਜ਼ ਦਾ 200 ਹੋਰ ਲੰਬਾ ਹੋਣ ਦਾ ਮਤਲਬ ਇਹ ਆ ਕਿ ਉਹ ਦੂਜੀ ਰੋਡ ਕਿੰਨੇ ਮੀਟਰ ਲੰਬੀ ਨਿਕਲ ਆਈ ਭਲਾ? 250 ਮੀਟਰ ਦੀ। ਕਿੰਨੇ ਮੀਟਰ ਦੀ? 250। ਇੱਕ ਬੰਦਾ, ਕਿਸੇ ਨੇ ਕਿਹਾ ਕਿ ਇੱਕ ਜਾਣਾ, ਇੱਕ ਬੰਦੇ ਦੀ ਕਮਾਈ ਲੈਂਥ ਆ ਜਿਹੜੀ ਫੁੱਟਾਂ 'ਚ, 1 ਫੁੱਟ 'ਚ ਕਿੰਨੇ ਇੰਚ ਹੁੰਦੇ ਆ? 12। ਤੇ 5 ਫੁੱਟ ਦਾ ਬੰਦਾ ਕਿੰਨੇ ਦਾ ਹੋਊਗਾ? 60। ਠੀਕ ਆ, ਇੱਕ ਬੰਦਾ 60 ਇੰਚ ਦਾ ਹੈ। ਇੰਚ ਐਵੇਂ ਪੈਂਦਾ ਕਿ 2 ਪੈਂਦੇ ਆ? ਚਲੋ ਜਿਵੇਂ ਵੀ ਪੈਂਦੇ ਹੋਣਗੇ। ਠੀਕ ਆ, ਇੰਚ ਹੀ ਲਿਖ ਦਿੰਦੇ ਆ। ਠੀਕ ਆ, ਇੱਕ ਬੰਦਾ 60 ਇੰਚ ਲੰਮਾ ਹੈ। ਠੀਕ ਆ, ਮਤਲਬ 5 ਫੁੱਟ ਦੀ ਹਾਈਟ ਆ। ਕੁੱਲ ਮਿਲਾ ਕੇ ਮੈਂ ਕਹਿਣ ਦਾ, ਮੇਰੇ ਕਹਿਣ ਦਾ ਮਤਲਬ ਹੈ ਕਿ ਇੱਕ ਬੰਦਾ 60 ਇੰਚ ਲੰਮਾ ਹੈ। ਦੂਜਾ ਬੰਦਾ ਉਹਦੇ ਨਾਲੋਂ 1/3 ਹੋਰ ਲੰਬਾ ਹੈ। ਦ ਸੈਕਿੰਡ ਪਰਸਨ ਇਜ਼, ਦੂਜਾ ਬੰਦਾ ਉਹਦੇ ਨਾਲੋਂ 1/3 ਹੋਰ ਲੰਬਾ ਹੈ। ਪੰਜਾਬੀ ਇੰਗਲਿਸ਼ ਵਾਲੇ ਲਿਖਣਗੇ ਦ ਸੈਕਿੰਡ ਪਰਸਨ ਇਜ਼ 1/3 ਐਜ਼ ਲੌਂਗ ਐਜ਼ ਦੀ ਫਸਟ। ਕਹਾਣੀ ਸਮਝ ਆਈ? 1/3 ਐਜ਼ ਲੌਂਗ ਐਜ਼ ਦੀ ਫਸਟ। ਐਜ਼ ਲੌਂਗ ਐਜ਼ ਦਾ ਮਤਲਬ ਆ ਕਿ ਉਹਦੇ ਨਾਲੋਂ ਹੋਰ ਲੰਬਾ ਹੈ। ਤੁਸੀਂ ਇਹਦਾ ਦੂਜੇ ਦੀ ਲੰਬਾਈ ਕਿੰਨੀ ਕਹੋਗੇ? ਕੀ ਤੁਸੀਂ ਦੂਜੇ ਦੀ ਲੰਬਾਈ ਐਵੇਂ ਕੱਢੋਗੇ ਕਿ ਪਹਿਲੇ ਦੀ 60 ਆ, ਦੂਜੀ ਦੀ 60 ਦਾ 1/3 20 ਆ? ਫਿਰ ਇਹ ਤਾਂ ਬੇਇੱਜ਼ਤੀ ਹੋ ਗਈ। 20 ਹੋਰ ਲੰਬਾ ਹੈ, ਨਾ ਕਿ 20 ਲੰਬਾ ਹੈ। ਉਹ ਤਾਂ ਛੋਟਾ ਰਹਿ ਗਿਆ ਵਿਚਾਰਾ। ਇੱਕ 60 ਦਾ, ਦੂਜਾ 20 ਦਾ, ਉਹ ਕਿਵੇਂ ਵੱਡਾ ਹੋ ਗਿਆ? ਮੇਰੀ ਗੱਲ ਨਹੀਂ ਸਮਝ ਆਈ? ਇਟ ਮੀਨਸ ਐਜ਼ ਲੌਂਗ ਐਜ਼ ਦਾ ਮਤਲਬ ਆ ਕਿ 60 ਦਾ 1/3 ਕੱਢੋ, ਕਿੰਨਾ ਆ ਗਿਆ ਭਲਾ? 20। ਜਿੰਨਾ ਆਇਆ ਉਹ ਇਹਦੇ 'ਚ ਜੁੜੂਗਾ।
ਆ ਪੱਲੇ ਪੈ ਗਈ। ਉਹ ਕਲੀਅਰ ਹੈ ਗੱਲ, ਸਮਝ ਆ ਗਈ। ਤਾਂ ਦੂਜਾ ਬੰਦਾ ਕਿੰਨੇ 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 ਇੰਚ ਦਾ ਹੋ ਗਿਆ ਭਲਾ? 90 ਦਾ। ਉਹ ਕਿੰਨੇ ਇੰਚ ਦਾ ਹੋ ਗਿਆ? 80 ਦਾ, ਸੌਰੀ ਕਿੰਨੇ ਦਾ ਹੋ ਗਿਆ? 80 ਦਾ ਹੋ ਗਿਆ। ਬਿਕੋਜ਼ ਪਹਿਲਾਂ 60 ਦਾ 1/3 ਪਤਾ ਕਰੋ। ਇਹ ਮਤਲਬ ਹੁੰਦਾ ਐਜ਼ ਲੌਂਗ ਐਜ਼ ਦਾ। ਸਵਾਲ ਤੇ ਦੁਬਾਰਾ ਆਓ, ਠੀਕ ਆ। ਨਾਲੋਂ ਦੂਜੇ ਹਿੱਸੇ ਨਾਲੋਂ 2/5 ਸਵਾਲ ਹੁਣ ਕੰਪਲੀਟ ਹੋਇਆ ਹੈ, ਹੋਰ ਲੰਬਾ ਹੋਵੇਗਾ। ਐਜ਼ ਲੌਂਗ ਐਜ਼ ਜਦੋਂ ਅਸੀਂ ਇੰਗਲਿਸ਼ ਤੋਂ ਪੰਜਾਬੀ 'ਚ ਕਰਦੇ ਹਾਂ ਨਾ, ਸਾਰੀ ਕਹਾਣੀ ਹੀ ਖਰਾਬ ਹੋ ਜਾਂਦੀ ਹੈ, ਠੀਕ ਆ। ਤਾਂ ਹੀ ਤਾਂ PPSC ਕਈ ਵਾਰੀ ਪੇਪਰ ਨਹੀਂ ਪੰਜਾਬੀ 'ਚ ਛਾਪਦੀ। ਜੇ ਹੋਰ ਲਿਖ ਹੀ ਦਿੱਤਾ ਸਾਰੀ ਲਾਈਨ ਤਾਂ ਸਮਝ ਆ ਗਈ। ਅਸਲ 'ਚ ਇਸ ਸਵਾਲ 'ਚ ਗੁੰਝਲ ਹੀ ਕਿਹਦੀ ਸੀ? ਇਕੱਲੀ ਅੰਗਰੇਜ਼ੀ ਦੀ, ਕਿ ਅੰਗਰੇਜ਼ੀ ਨੂੰ ਡੀਕੋਡ ਕਰੋ, ਠੀਕ ਆ। ਤੇ PPSC ਦੇ ਚੇਅਰਮੈਨ ਸਾਹਿਬ ਵੈਸੇ ਬੈਠੇ ਤਾਂ ਕਨਸਟੀਟਿਊਸ਼ਨਲ ਪੋਜੀਸ਼ਨ ਤੇ ਆ, ਠੀਕ ਆ, ਬਟ ਗੱਲ ਬੜੀ ਅਜੀਬ ਜੀ ਕੀਤੀ। ਲੱਗ ਹੀ ਨਹੀਂ ਰਿਹਾ ਸੀ ਕਿ ਇਹ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਤੇ ਬੈਠੇ ਹੋਏ। ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਕਿ ਨੈਬ ਦਾ ਪੇਪਰ ਦੁਬਾਰਾ ਨਹੀਂ ਹੋਣਾ ਚਾਹੀਦਾ। ਇਹਨੂੰ ਪੰਜਾਬੀ 'ਚ ਛਪਣ ਦਾ ਕੋਈ ਮਤਲਬ ਹੀ ਨਹੀਂ ਬਣਦਾ, ਠੀਕ ਆ। ਪਰ ਇਹਦੇ ਪਿੱਛੇ ਜੋ ਚੇਅਰਮੈਨ ਸਾਹਿਬ ਦੀ ਸਟੇਟਮੈਂਟ ਆ, ਉਹਦੇ ਨਾਲ ਤਾਂ ਕੋਈ ਵੀ ਸਹਿਮਤ ਨਹੀਂ ਹੋ ਸਕਦਾ। ਤਰਕ ਦੇਖੋ ਉਹਨਾਂ ਦਾ ਕਿੰਨਾ ਹੈ। ਕਹਿੰਦੇ PPSC ਇੱਕ ਕਨਸਟੀਟਿਊਸ਼ਨਲ ਬੋਡੀ ਆ। ਸਹੀ ਆ ਵੀ ਹੋਊਗੀ, ਸਭ ਪੜ੍ਹਦੇ ਆ ਕਿ ਕਨਸਟੀਟਿਊਸ਼ਨਲ ਹੈਗੀ ਆ, ਠੀਕ ਆ। PPSC ਦੇ ਪੇਪਰ ਅੱਜ ਤੱਕ ਅੰਗਰੇਜ਼ੀ 'ਚ ਛਪਦੇ ਆ ਰਹੇ ਆ, ਠੀਕ ਆ ਜੀ। ਇਹ ਵੀ ਗੱਲ ਆ, ਕੋਈ ਇਤਰਾਜ਼ ਨਹੀਂ ਸਾਨੂੰ। ਇਸ ਕਰਕੇ ਇਹ ਵੀ ਪੇਪਰ ਅੰਗਰੇਜ਼ੀ 'ਚ ਆਇਆ ਹੈ, ਸਾਨੂੰ ਇਹਦੇ 'ਚ ਵੀ ਕੋਈ ਇਤਰਾਜ਼ ਨਹੀਂ। ਇਸ ਤੋਂ ਅੱਗੇ ਦੀ ਹਰ ਇੱਕ ਗੱਲ ਨਾਲ ਮੈਨੂੰ ਇਤਰਾਜ਼ ਆ ਕਿ ਇੱਕ ਬੱਚਾ ਜਦੋਂ BA ਤੱਕ ਦੀ ਪੜ੍ਹਾਈ ਪੜ੍ਹਦਾ ਹੈ ਤਾਂ ਉਹਦੇ 'ਚੋਂ ਬੇਸਿਕ ਇੰਗਲਿਸ਼ ਪੜ੍ਹ ਕੇ ਆਉਂਦਾ ਹੈ, ਠੀਕ ਆ। ਇਟ ਮੀਨਸ ਉਸ ਬੱਚੇ ਨੂੰ ਬੇਸਿਕਲੀ ਇੰਗਲਿਸ਼ ਦੇ ਸਵਾਲਾਂ ਨੂੰ ਸਮਝਣ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਇਹਦਾ ਮਤਲਬ ਚੇਅਰਮੈਨ ਸਾਹਿਬ ਇਹ ਦੱਸਣਾ ਚਾਹੁੰਦੇ ਆ ਕਿ UPSC ਫਿਰ ਮੂਰਖ ਆ, ਜਿਹੜੀ ਸਾਰੀਆਂ ਭਾਸ਼ਾਵਾਂ 'ਚ ਪੇਪਰ ਛਾਪਣ ਦਾ ਦੋ ਭਾਸ਼ਾਵਾਂ 'ਚ ਪੇਪਰ ਛਾਪਦੀ ਆ ਤੇ ਸਾਰੀਆਂ ਭਾਸ਼ਾਵਾਂ 'ਚ ਪੇਪਰ ਲਿਖਣ ਦੀ ਤੁਹਾਨੂੰ ਇਜਾਜ਼ਤ ਦਿੰਦੀ ਆ। ਇਸ ਗੱਲ ਨਾਲ ਕੌਣ ਸਹਿਮਤ ਹੋਊਗਾ ਯਾਰ? ਇੱਕ ਸਿੰਪਲ ਜੀ ਗੱਲ ਆ। ਮੰਗ ਕੀ ਆ ਸਾਡੀ? ਹੁਣ ਸਾਡੀ ਮੰਗ ਇਹ ਆ ਕਿ ਹੁਣ ਤੱਕ ਜੋ ਹੋ ਗਿਆ ਮਿੱਟੀ ਪਾਓ। ਅੱਜ ਤੋਂ ਬਾਅਦ ਸਾਰੇ ਪੇਪਰ PPSC ਦੇ ਬਾਇਲੈਂਗੁਅਲ ਹੋਣੇ ਚਾਹੀਦੇ ਆ। ਜੇ PSSB ਵਰਗੀ ਉਹ ਸੰਸਥਾ ਜਿਹਦੇ ਕੋਲ ਸੰਸਾਧਨਾਂ ਦੀ ਬਿਲਕੁਲ ਕਮੀ ਆ, ਜਿਹਦੇ ਕੋਲ ਆਪਣਾ ਫੰਡ ਵੀ ਹੈ ਨਹੀਂਗਾ, ਜਿਹਨੂੰ ਸਰਕਾਰ ਦੇ ਅੱਗੇ ਗਿੜਗੜਾਉਣਾ ਪੈਂਦਾ ਫੰਡ ਲੈਣ ਵਾਸਤੇ, ਉਹ ਸੰਸਥਾ ਜਦੋਂ ਪੰਜਾਬੀ 'ਚ ਪੇਪਰ ਛਾਪਣ ਦਾ ਪ੍ਰਬੰਧ ਕਰ ਸਕਦੀ ਆ, ਤੇ ਤੁਹਾਡੇ ਤੋਂ ਉੱਪਰ ਬੈਠੀ UPSC ਜਿਹੜੀ ਆ ਉਹ ਇਹ ਮੰਨਦੀ ਆ ਕਿ BA ਲੈਵਲ ਤੱਕ ਦੀ ਜਿਹੜੀ ਪੜ੍ਹਾਈ ਆ ਜ਼ਰੂਰੀ ਨਹੀਂ ਕਿ ਉਹ ਪੜ੍ਹ ਕੇ ਤੁਹਾਨੂੰ ਅੰਗਰੇਜ਼ੀ ਦੇ ਪੇਪਰ ਕੁਐਸਚਨ ਪੇਪਰ ਸਮਝ ਆਉਂਦਾ ਹੋਵੇ। ਜੇ ਉਹ ਇਹ ਕਰ ਸਕਦੀ ਆ ਤਾਂ ਤੁਸੀਂ ਵੀ ਫਿਰ ਇਹ ਕਰ ਸਕਦੇ ਹੋ। ਤੁਸੀਂ ਬਹਾਨੇ ਮਾਰਦੇ ਹੋ। ਆਹ ਬੜੀ ਇਲੌਜੀਕਲ ਗੱਲ ਆ, ਇਹਦਾ ਕਿਸੇ ਚੀਜ਼ ਨਾਲ ਕੋਈ ਸੰਬੰਧ ਨਹੀਂ ਹੈਗਾ। ਸੋ ਪੇਪਰ ਪੰਜਾਬੀ 'ਚ ਯਾਰ, ਮੈਂ ਦੇਖੋ ਇਹ ਪੇਪਰ ਪੰਜਾਬੀ 'ਚ ਨਹੀਂ ਹੋਣਾ ਚਾਹੀਦਾ ਬਿਕੋਜ਼ ਇਸ ਪੇਪਰ ਦੇ ਪੰਜਾਬੀ 'ਚ ਕਹਿਣ ਦਾ ਕੋਈ ਤਰਕ ਹੀ ਨਹੀਂ ਬਣਦਾ। ਇਹ ਉਹੀ ਲੋਕ ਨੇ ਜਿਹੜੇ ਕਹਿ ਰਹੇ ਨੇ ਜਿਨ੍ਹਾਂ ਦਾ ਪੇਪਰ ਨਹੀਂ ਵਧੀਆ ਹੋਇਆ, ਠੀਕ ਆ। ਉਹਦੇ ਤੇ ਪੰਜਾਬੀ ਵਾਲੀ ਚਾਦਰ ਚੜਾਉਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਬਿਕੋਜ਼ ਅੱਜ ਤੋਂ 1.5 ਸਾਲ ਪਹਿਲਾਂ ਪੇਪਰ ਆਇਆ ਹੈ, ਉੱਥੇ ਲਿਖਿਆ ਹੋਇਆ ਹੈ ਉਹਨਾਂ ਨੇ ਨਾ ਸਾਰੀ ਸਟੇਟਮੈਂਟ 'ਚ ਨਾ ਲਾਈਨ 'ਚ ਕਿ ਪੇਪਰ ਵਿਲ ਬੀ ਪਬਲਿਸ਼ਡ ਔਰ ਜਾਂ ਰਿਟਨ ਇਨ ਜਾਂ ਕੁਝ ਵੀ ਲਿਖਿਆ ਦਾ ਲੈਂਗੁਏਜ ਆਫ ਦੀ ਐਗਜ਼ਾਮੀਨੇਸ਼ਨ ਵਿਲ ਬੀ। ਉੱਤੋਂ ਅੱਗੇ ਨਾ ਦੋ ਅੱਖਰ ਨੇ, ਇੱਕ ਇੰਗਲਿਸ਼ ਤੇ ਇੱਕ ਓਨਲੀ। ਉਹਨਾਂ ਨੇ ਇੰਗਲਿਸ਼ ਤੇ ਓਨਲੀ ਨੂੰ ਕੰਟਰੋਲ B ਦੱਬ ਕੇ ਬੋਲਡ ਵੀ ਕੀਤਾ ਹੋਇਆ ਹੈ ਤੇ ਕੰਟਰੋਲ I ਦੱਬ ਕੇ ਇਟੈਲਿਕ ਵੀ ਕੀਤਾ ਹੋਇਆ ਹੈ ਕਿ ਕਿਤੇ ਕੋਈ ਬੰਦਾ ਪੜ੍ਹਨ ਖੁਣੋਂ ਰਹਿ ਨਾ ਜਾਵੇ। 1.5 ਸਾਲ ਪਹਿਲਾਂ ਛਪੀ ਨੋਟੀਫਿਕੇਸ਼ਨ 'ਚ ਕਲੀਅਰ ਕੱਟ ਮੈਂਸ਼ਨ ਸੀ ਕਿ ਪੇਪਰ ਇੰਗਲਿਸ਼ 'ਚ ਆਊਗਾ। ਹੁਣ ਅੱਜ ਤੋਂ ਬਾਅਦ ਨੋਟੀਫਿਕੇਸ਼ਨ ਕੋਆਪਰੇਟਿਵ ਦੀ ਆ, ਸੀਨੀਅਰ ਸਹਾਇਕ ਦੀ ਆਉਣੀ ਆ। ਤੁਸੀਂ ਚੱਲਦੀ ਨੋਟੀਫਿਕੇਸ਼ਨ 'ਚ ਸਰਕਾਰ ਬਦਲ ਸਕਦੀ ਆ ਕਿ ਬਈ ਪੇਪਰ ਪੰਜਾਬੀ 'ਚ ਵੀ ਆਊਗਾ, ਕੋਈ ਵੱਡੀ ਗੱਲ ਨਹੀਂ। ਸਰਕਾਰ ਚਾਹੇ ਤਾਂ ਨੈਬ ਦਾ ਪੇਪਰ ਵੀ ਕੈਂਸਲ ਕਰ ਸਕਦੀ ਆ। ਸਰਕਾਰ ਤੇ ਦਬਾਅ ਪਾਓ। ਬਹੁਤ ਲੋਕ ਕਹਿ ਰਹੇ ਆ ਕਿ ਕੋਰਟ 'ਚ ਜਾਵਾਂਗੇ। ਓਏ ਕੋਰਟ ਬਹੁਤ ਜਲੀਲ ਕਰੂਗੀ, ਬਹੁਤ ਬੇਇੱਜ਼ਤੀ ਕਰਦੀ ਹੈ ਕੋਰਟ ਇਹੋ ਜਿਹੇ ਬੰਦੇ ਦੀ ਕਿ ਤੁਸੀਂ ਸੁੱਤੇ ਉੱਠ ਕੇ ਆ ਗਏ। ਕੋਰਟ ਜਜ਼ਬਾਤੀ ਨਹੀਂ ਹੁੰਦੀ ਤੇ ਨਾ ਕੋਰਟ ਜਜ਼ਬਾਤਾਂ ਨੂੰ ਦੇ ਕੇ ਫੈਸਲੇ ਕਰਦੀ ਹੈ। ਕੋਰਟ 'ਚ ਜਾਣਾ ਬੇਵਕੂਫੀ ਆ। ਸਰਕਾਰ ਅੱਗੇ ਕਹੋ ਕਿ ਆਹ ਸਾਡੇ ਨਾਲ ਮਾੜੀ ਹੋ ਗਈ ਆ, ਠੀਕ ਆ, ਕਿ ਪੇਪਰ ਇਹ ਵੀ ਦੁਬਾਰਾ ਲੈ ਲਓ। ਤਾਂ ਸਰਕਾਰ ਮੰਨੇ ਤਾਂ ਨਾ ਮੰਨੇ ਉਹ ਵੱਖਰੀ ਗੱਲ ਆ, ਪਰ ਘੱਟੋ ਘੱਟ ਅਗਲੇ ਪੇਪਰਾਂ ਲਈ ਤਾਂ ਕਿਹਾ ਜਾ ਸਕਦਾ। ਕਹੋ, ਨਾਲੇ ਮੈਨੂੰ ਬਾਇਲੈਂਗੁਅਲ ਹੋਣ ਦਾ 4 ਪੈਸੇ ਬਚਣਗੇ, ਠੀਕ ਆ। ਚਲੋ ਮੇਰੀ ਆਪਣੇ ਦਾ ਫਾਇਦਾ ਜਿਹੜਾ ਹੈਗਾ, ਪਰ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਬਈ ਤੁਹਾਨੂੰ ਫਾਇਦਾ ਹੋ ਜਾਊਗਾ ਪੇਪਰ ਬਾਇਲੈਂਗੁਅਲ ਹੋਣ ਨਾਲ। ਬਟ ਇਹ ਆ ਕਿਸੇ ਵੀ ਮੰਗ ਨੂੰ ਮੰਗਣ ਦਾ ਇੱਕ ਕਨਸਟੀਟਿਊਸ਼ਨਲ ਤਰੀਕਾ ਹੁੰਦਾ ਹੈ। ਇਸ ਤੋਂ ਪਹਿਲਾਂ ਇੱਕ ਬੇਵਕੂਫੀ ਉਹ ਲੋਕ ਕਰ ਚੁੱਕੇ ਆ ਜਿਹੜੇ ਇਹ ਕਹਿੰਦੇ ਆ ਕਿ ਪੰਜਾਬੀਆਂ ਦਾ ਪੰਜਾਬ 'ਚ 75% ਕੋਟਾ ਹੋਣਾ ਚਾਹੀਦਾ ਹੈ, ਠੀਕ ਆ। ਸਿਟੀਜ਼ਨਸ਼ਿਪ ਵਰਗਾ ਸਬਜੈਕਟ ਚੈਪਟਰ ਪੜ੍ਹਨ ਤੋਂ ਬਾਵਜੂਦ ਵੀ ਤੁਸੀਂ ਇਹੋ ਜਿਹੀ ਮੰਗ ਕਰ ਦੋਗੇ ਤਾਂ ਫਿਰ ਤੁਹਾਡੇ ਤੋਂ ਬੇਵਕੂਫ ਕੋਈ ਨਹੀਂ ਹੈਗਾ। ਮੰਗ ਮੰਗਣ ਦਾ ਇੱਕ ਕਨਸਟੀਟਿਊਸ਼ਨਲ ਤਰੀਕਾ ਹੁੰਦਾ ਹੈ, ਠੀਕ ਆ। ਤਾਂ ਉਹ ਉਸ ਤਰੀਕੇ ਨਾਲ ਮੰਗ ਮੰਗੋ ਤਾਂ ਹਰ ਇੱਕ ਚੀਜ਼ ਦਾ ਹੱਲ ਹੈਗਾ ਹੈ, ਪਰ ਇਸ ਤਰੀਕੇ ਨਾਲ ਕੋਈ ਹੱਲ ਨਹੀਂਗਾ। ਆ ਜਾਓ ਜੀ ਆਪਾਂ ਅਗਲੇ ਸਵਾਲ ਤੇ। ਕਹਿੰਦਾ ਜੀ ਪਹਿਲੀ ਗੱਲ ਇਹ ਆ, ਇੱਕ ਨਾਲੋਂ ਦੂਜੀ ਤੁਸੀਂ ਇਹ ਦੱਸੋ ਕਿ ਇਹਨਾਂ 'ਚੋਂ ਆਹ ਵਾਲੀ ਨੂੰ ਆਪਾਂ ਵੱਡੀ ਮੰਨ ਲੈਂਦੇ ਹਾਂ, ਠੀਕ ਆ। ਕਹਿੰਦਾ 1 ਦੇ 2/5 ਪਹਿਲੀ ਇਹ ਦੱਸੋ। ਕਹਿੰਦਾ ਜੀ ਜਿਹੜੀ x ਆ ਨਾ ਉਹ ਦੂਜੇ ਤੋਂ 2/5 ਜ਼ਿਆਦੀ ਆ, ਠੀਕ ਆ। ਪਹਿਲਾਂ ਇੱਕ ਗੱਲ ਦੱਸੋ, ਜੇ ਇੱਕ ਹਿੱਸਾ ਮੰਨ ਲਓ
एक हिस्सा मान लो 60 सेंटीमीटर का हुंदा, मान लो एक हिस्सा 60 सेंटीमीटर का हुंदा जिहड़ा कि आपां नूं पता नहीं हैगा, एक हिस्सा 60 सेंटीमीटर का होवे मान लो, तो तुसीं मैनूं ये दसो कि दूजा हिस्सा जां एक हिस्सा 40 सेंटीमीटर का हुंदा मान लो तो तुसीं मैनूं दसो कि दूजा हिस्सा कितना होना चाहिए सीगा। पहलां तुसीं इस 40 सेंटीमीटर का की कढ़दे 2/5, वो की कढ़दे इस 40 सेंटीमीटर का कढ़दे 2/5, कितना आया कितना आया इत्थे 5 नाल 40 कट्टे 8, 16 आ गया। फिर इस 16 नूं किन्ने च जोड़दे 40 च, 16 नूं 40 च जोड़ के दूजा हिस्सा कितना लिखदे भला तुसीं 56, पर एवें दा कुछ तो है ही नहीं, तुहानूं बस आ क्या है कि आ वाई आ। तुसीं पहलां इस वाई का की पता किता 2/5, आही पता किता यार। पहलां जिवें तुसीं 40 का 2/5 किता तो 16 आ गया, तुसीं वाई का 2/5 किता, फिर जो 16 आया उन्होंने इसे ही 40 च फिर जोड़ता, वो जोड़िया सी कि नहीं जोड़िया। फिर जिहड़ा 2/5 आया इनू तुसीं इसे वाई च फिर जोड़ता, तुसीं इनू उसे वाई च फिर जोड़ता। हुण जाके जो बनया है कि दिस प्लस दिस ए बराबर है, ए आया एक्स के बराबर, आया कि नहीं आया, ये आया ना दूजी लंबाई के बराबर, कि दूजी वाली जी आ आई है 2/y प्लस वाई 2/5 होर ज़्यादा है, जिन्नी वो पुरानी हैगी आ वाई ਉਹਦੇ 'ਚ 2/5 होर करो, उसका 2/5 कड्डो तो ਉਹਨੂੰ ਇਹਦੇ 'ਚ जोड़ो। इट मीनस ਤੁਹਾਨੂੰ पता 2/5 'ਚ वाई जोड़ के कितना आउंदा हुंदा अपने कोल, एक दा ते 5 दा एलसीएम कितना आऊगा 5, 5 नूं एक नाल किता 2y प्लस 5y बराबर है x, ਇਹਦਾ मतलब x अपने कोल पता कितना आ गया, x आ गया 7y/5, वो कितना आ गया x अपने कोल कितना आ गया 7y/5, x अपने कोल 7y/5 आ गया। वैसे ही मैं पहले एक गल दसदा कि इस सवाल के आंसर च किते ना किते कोई गड़बड़ आ, पर मैं ये गल क्लीयर करदा कि सवाल बिल्कुल सही तरीके नाल अपना चल रहा है। आ गल समझ आ गई सारिਆਂ ਨੂੰ। ਤੁਹਾਨੂੰ इस गल का पता मतलब पता लगना चाहिए कि एक चीज़ एज लॉन्ग एज लिखी है ਜਾਂ पंजाबी च लिखिया होवे होर ज़्यादा है, ਇਹਦਾ ਕੀ मतलब आ किसे नालों ਇੰਨੇ होर ज़्यादा होने का मतलब आ जिन्ना उन्होंने लिखा 2/5, पहला तुसी उस चीज़ का 2/5 पता करो, ਉਹਨੂੰ ਉਹਦੀ ओरिजिनल लंबाई च जोड़ो, फिर जाके दूजे के बराबर रखो। इट मीनस एक्स की वैल्यू कितनी आ गई ਤੁਹਾਡੇ ਕੋਲ 7y/5, ਤੁਸੀਂ इस एक्स की वैल्यू इत्थे 7y/5 पुट करो, ਤੁਹਾਡਾ सारा सवाल किहदे च तब्दील हो जाऊगा भला y च। फिर तुसी आराम नाल की पता करो अपनी y पता करो, फिर y पता करके तुसी इहदा आंसर कड्डो। हाँ मैं तुहानूं सवाल नूं सारे दे सारे ऑप्शनस कटवा रहा, ठीक है, सारे दे सारे ऑप्शनस करा रहा। ये 70 सेंटीमीटर लंबी लाइन नहीं हैगी, ठीक है, ये 70 की जगह तो 96 सेंटीमीटर लंबी रॉड आ। इस रॉड नूं 96 सेंटीमीटर लंबी मन के तुसी इहदे आंसर जिहड़े आ वो घरों कढ के लैके आयो, जिन्हें भी करना होगा। जे तुसी शीट ते देख रहे हो ना तो तुसी इस सवाल नूं एवें चेंज कर लियो कि लंबाई 96 सेंटीमीटर आ, तुहाडा आंसर बिल्कुल सही आऊगा, ठीक है। बस मेरे कहने का मतलब सी एज लॉन्ग एज जिहड़ा शब्द मैं स्ट्रैस दे के कह रहा होर ज़्यादा होना, ਉਹਦਾ की मतलब आ, ये समझ आ गई सारिਆਂ ਨੂੰ, पता लग गई आ चीज़। जे मैनू कोई कहे कि इदा है कि ठीक है सानू समझ आ गया, इस सवाल नूं थोड़ा जा होर तरीके नाल जां होर तरीके नाल समझाओ, ठीक है। सानू किसी ने कहता कि एक प्लीज़ सानू किसी ने कहता कि एक भरा कोल दूजे भरा नालों 3 गुणा होर जायदाद आ, ठीक है, एक भरा कोल दूजे भरा नालों 3 एज लॉन्ग एज जायदाद आ प्रॉपर्टी आ, ठीक है, तो दोवां कोल मिला के कुल जायदाद जिहड़ी आ वो 60,000 दी आ। दसो दोवां कोल कितनी है। एक भरा कोल जायदाद जिहड़ी आ जी वो एक्स आ, दूसरे भरा कोल जायदाद 3 गुणा होर आ, 3 टाइम्स एज लॉन्ग एज 3 आ, 3 टाइम्स आ 3 गुणा होर जायदाद आ। ਇਹਦਾ मतलब जिन्नी ਉਹਦੇ ਕੋਲ ਆ ਪਹਿਲਾਂ ਉਹਦਾ 3 गुणा करो, ਉਹਨੂੰ ਉਹਦੀ ਪੁਰਾਣੀ 'ਚ ਐਡ ਕਰੋ, ਐਵੇਂ ਕੀਤਾ ਸੀ ਆਪਾਂ ਪਹਿਲਾਂ ਜੇ ਦੂਜੇ ਵਾਲੇ ਕੋਲ x ਸੀਗੀ ਤਾਂ ਆਪਾਂ ਕੀ ਕੀਤਾ ਉਹਦਾ 2/5 ਪਤਾ ਕੀਤਾ, ਫਿਰ ਉਹਨੂੰ ਉਹਦੀ ਪੁਰਾਣੇ x ਜਾਂ y 'ਚ ਜੋੜਿਆ, ਫਿਰ ਦੂਜੇ ਦੇ ਬਰਾਬਰ ਰੱਖਿਆ। ਇਹਦਾ मतलब ਇੱਕ ਕੋਲ x ਆ ਦੂਜੇ ਕੋਲ 3x + x ਕਿੰਨੀ ਹੋ ਗਈ ਭਲਾ 4x, ਦੋਵਾਂ ਕੋਲ ਜੋੜ ਕੇ ਕਿੰਨੀ ਹੋ ਗਈ 5x, ਤੇ ਕੁੱਲ ਜਾਇਦਾਦ ਕਿੰਨੀ ਦਿੱਤੀ ਆ 60,000 ਦੀ, ਉੱਥੋਂ ਕੱਢਨੇ ਆਪਾਂ। सो एवें दे सवाल जिहड़े ना एज लॉन्ग एज वाले इन्हां नूं पेपर 'च ख्याल रखियो, ये बहुत कन्फ्यूज़ कर सकते हैं। एज लॉन्ग एज दा किसी चीज़ का होर ज़्यादा होना ਇਹਦਾ अपना एक मैना हुंदा है, ਇਹਦੇ ਚੱਕਰਾਂ 'ਚੋਂ निकल जिओ, बहुत क्लीयर होऊगा। आ जाओ जी अगला, बिना समा खराब करे आ ਉਹ सवाल आ ਜਿਹੜਾ वाकई ਤੁਹਾਨੂੰ पेपरां 'ਚ होर परेशान कर सकता है, ठीक है। एक ये सवाल तो एक ਇਹਦੇ 'ਚੋਂ बनन वाला औखा सवाल, मैं दोवें टाइप के सवाल ਤੁਹਾਨੂੰ कराऊँगा। ये फ्रैक्शन वाला सवाल आ, पहला ये करके दो। पंजाबी च मैं बोल रहा, थले लिखिया होगा शीट्स तो अवेलेबल आ, पर पंजाबी वाले देख लो कि एक शख्स अपनी कुल तनख्वाह का 2/5 घर के खर्चे ते जां घर के रेंट ते 3/10
ਭੋਜਨ ਤੇ 1/8 ਘਰੇਲੂ ਖਰਚਿਆਂ ਤੇ ਖਰਚਦਾ ਹੈ ਤੇ ਇਸ ਤੋਂ ਬਾਅਦ ਉਹ 1400 ਰੁਪਏ ਫਿਰ ਵੀ ਬਚਾ ਲੈਂਦਾ ਹੈ, ਤਾਂ ਇਹ ਦੱਸੋ ਭੋਜਨ ਅਤੇ ਘਰੇਲੂ ਖਰਚਿਆਂ ਤੇ ਉਸ ਦਾ ਕਿੰਨਾ ਪੈਸਾ ਖਰਚਿਆ। ਠੀਕ ਆ, ਇਹ ਸਵਾਲ ਬੜਾ ਸੌਖਾ ਹੈ, ਇਹ ਸਵਾਲ ਬਹੁਤ ਈਜ਼ੀ ਆ, ਤੁਸੀਂ ਘਰੇ ਜਾ ਕੇ ਕਰ ਵੀ ਸਕਦੇ ਹੋ। ਮੇਰਾ ਮਕਸਦ ਇਸ ਸਵਾਲ ਨੂੰ ਸਮਝਾਉਣ ਦਾ ਬਿਲਕੁਲ ਨਹੀਂ ਗਾ, ਇਹ ਵੀ ਸਵਾਲ ਸਮਝਾਊਂਗਾ ਮੈਂ ਕਲਾਸ ਹੁਣੇ, ਠੀਕ ਆ, ਪਰ ਇਸ ਸਵਾਲ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਕਲੀਅਰ ਕਰਦਾ। ਸੁਣੋ ਮੇਰੀ ਗੱਲ, ਪੇਪਰ 'ਚ ਐਵੇਂ ਦਾ ਸਵਾਲ ਸ਼ਾਇਦ ਨਾ ਆਵੇ, ਇੱਕ ਸਵਾਲ ਮੈਨੂੰ ਹੋਰ ਕਰਾ ਲੈਣ ਦਿਓ, ਫਿਰ ਮੈਂ ਇਹ ਕਰਾਊਂਗਾ ਤਾਂ ਕਿ ਅਗਲਾ ਸਵਾਲ ਕਰਨ ਲੱਗੇ ਤੁਹਾਨੂੰ ਕੋਈ ਦਿੱਕਤ ਨਾ ਆਵੇ। ਇੱਕ ਸ਼ਖਸ, ਮੈਂ ਬਹੁਤ ਔਖਾ ਜਿਹਾ ਕਰਕੇ ਸਵਾਲ ਕਰਾਉਣਾ, ਠੀਕ ਆ। ਕਹਿੰਦੇ ਜੀ ਇੱਕ ਬੰਦਾ ਆਪਣੀ ਤਨਖਾਹ ਦਾ 3/10 ਖਰਚਦਾ ਹੈ ਘਰ ਤੇ, ਹਾਊਸ ਰੈਂਟ ਮਤਲਬ ਘਰੇਲੂ ਖਰਚਿਆਂ ਤੇ, ਠੀਕ ਆ ਜੀ। ਇਹ ਉਹ ਸਵਾਲ ਨਹੀਂ ਗਾ ਜਿਹੜਾ ਉੱਪਰ ਆ, ਇਹ ਨਵਾਂ ਸਵਾਲ ਬਣਾ ਰਿਹਾ ਮੈਂ ਤੁਹਾਡੇ ਵਾਸਤੇ। ਅਤੇ ਆਊਟ ਆਫ ਦੀ ਰਿਮੇਨਿੰਗ ਸੈਲਰੀ, ਬਚੀ ਹੋਈ ਸੈਲਰੀ ਦਾ 2/5 ਖਰਚਦਾ ਹੈ, ਬਚੀ ਹੋਈ ਸੈਲਰੀ ਦਾ 2/5 ਖਰਚਦਾ ਹੈ ਫੂਡ ਤੇ, ਕਿਹਦੇ ਤੇ, ਭੋਜਨ ਤੇ। ਬਚੀ ਹੋਈ ਸੈਲਰੀ ਦਾ 2/5 ਫੂਡ ਤੇ ਉਸ ਤੋਂ ਬਾਅਦ ਬਚੀ ਹੋਈ ਸੈਲਰੀ ਦਾ 1/3 ਖਰਚਦਾ ਹੈ ਟਰਾਂਸਪੋਰਟੇਸ਼ਨ ਤੇ, ਠੀਕ ਆ। ਦੱਸੋ ਉਹਨੇ ਆਪਣੀ ਕਮਾਈ ਦਾ ਕਿੰਨਾ ਹਿੱਸਾ ਬਚਾ ਲਿਆ। ਸਵਾਲ ਬੜਾ ਸਿੰਪਲ ਆ। ਫਿਰ ਇਸ 'ਚੋਂ ਮੈਂ ਹੋਰ ਵੀ ਸਵਾਲ ਬਣਾ ਸਕਦਾ। ਕੁੰਡੀ ਉਨੇ ਕੁ ਪੋਰਸ਼ਨ 'ਚ ਹੀ ਆ ਜਿੰਨੀ ਕੁ ਇੱਥੇ ਦਿਸ ਰਹੀ ਆ। ਇੱਕ ਬੰਦੇ ਦੀ ਕੁੱਲ ਕਮਾਈ ਜਿਹੜੀ ਆ ਉਹਦਾ 3/10 ਹਿੱਸਾ ਕਿਹਦੇ 'ਚ ਜਾਂਦਾ ਹੈ ਭਲਾ, ਰੈਂਟ 'ਚ। ਇੱਕ ਬੰਦੇ ਦੀ ਕੁੱਲ ਸੈਲਰੀ ਜਿੰਨੀ ਮਰਜ਼ੀ ਹੋਵੇ, ਭਾਵੇਂ ਉਹਨੂੰ ਐਕਸ ਮੰਨ ਲਓ, ਜੋ ਮਰਜ਼ੀ ਮੰਨ ਲਓ, ਜੇਕਰ ਉਸ ਬੰਦੇ ਦੀ ਕੁੱਲ ਕਮਾਈ ਦਾ 3/10 ਕਿਹਦੇ 'ਚ ਗਿਆ, ਹਾਊਸ ਰੈਂਟ 'ਚ। ਕਿਹਦੇ 'ਚ ਗਿਆ, ਹਾਊਸ ਰੈਂਟ 'ਚ। ਦੱਸੋਗੇ ਉਸ ਬੰਦੇ ਦੀ ਸੈਲਰੀ ਕਿੰਨੀ ਬਚ ਗਈ। ਜੇ 3/10 ਉਹਨੇ ਵਰਤ ਲਈ ਤਾਂ ਕਿੰਨੀ ਬਚ ਗਈ। ਫਰੈਕਸ਼ਨ ਵਾਲੇ ਸਵਾਲ 'ਚ ਤਾਂ ਬਹੁਤ ਸੌਖਾ ਹੈ, 1 ਚੋਂ 3/7 ਨੂੰ ਘਟਾ ਦਿਓ ਤੇ ਐਲਸੀਐਮ ਉਲਸੀਐਮ ਲੈਣ ਦੀ ਲੋੜ ਹੀ ਨਹੀਂ। ਮੈਂ ਕਿੰਨੀ ਵਾਰ ਸਮਝਾਇਆ ਹੈ ਕਿ 10 ਚੋਂ 3 ਹਿੱਸੇ ਗਏ ਤਾਂ ਕਿੰਨੇ ਹਿੱਸੇ ਬਚੇ ਆ। ਕਹਿੰਦਾ ਇਸ ਬਚੀ ਹੋਈ ਸੈਲਰੀ ਦਾ ਕਿੰਨੇ % ਫੂਡ ਤੇ ਲੱਗ ਗਿਆ, 2/5। ਆ ਸੁਣੋ ਪੰਜਾਬੀ 'ਚ, ਬਚੀ ਹੋਈ ਸੈਲਰੀ ਦਾ ਮਤਲਬ ਗੁਣਾ ਆਫ, ਬਚੀ ਹੋਈ ਸੈਲਰੀ ਦਾ 2/5, ਟੋਟਲ ਦਾ 2/5 ਨਹੀਂ, ਬਚੀ ਹੋਈ ਸੈਲਰੀ ਦਾ 2/5। ਉਹ ਆਹੀ ਸਵਾਲ ਆ ਜਿਹੜਾ ਫਸਾਉਂਦੇ ਆ ਪੇਪਰ 'ਚ। ਤਾਂ ਦੱਸੋ ਜੀ ਇਹਦਾ ਕੋਈ ਹੱਲ ਨਿਕਲਿਆ। 14 ਕੀ ਆ ਗਿਆ ਥੱਲੇ, 50, ਆਹੀ ਆਇਆ, ਮਤਲਬ ਕਿੰਨਾ ਆ ਗਿਆ, 7/25। ਆ ਭਈ ਉਹਨੇ, ਸੁਣੋ ਮੇਰੀ ਗੱਲ, 7/10 ਦੇ ਵਿੱਚੋਂ 7/25 ਉਹਨੇ ਕੀ ਕਰਤਾ, ਕਿਤੇ ਵਰਤ ਲਿਆ। ਉਹ ਕਿਹਦੇ ਤੇ ਖਰਚ ਲਿਆ, 7/25 ਫੂਡ ਤੇ। ਆ ਸੁਣੋ ਉਹ ਪਲੀਜ਼ ਇੱਧਰ ਦੇਖੋ, ਇਸ 7/50 ਦਾ 7/25 ਤਾਂ ਇੱਧਰ ਵਰਤ ਲਿਆ। ਕਿੰਨੀ ਸੈਲਰੀ ਬਚ ਗਈ ਇਹ ਦੱਸ ਦਿਓ ਹੁਣ। ਉਹ ਬਚ ਕਿੰਨੀ ਗਈ, 18/25। ਬਈ 7/25 ਇੱਧਰ ਵਰਤੀ ਗਈ ਹੁਣ, ਤੇ ਬਚੀ ਕਿੰਨੀ, 18/25 ਆਹੀ ਬਚੀ। ਅੱਗੇ ਆ ਜਾਓ ਹੁਣ, ਆ ਲਓ ਜੀ। ਹੁਣ ਇਸ 18/25 ਦਾ ਹਿਸਾਬ ਕਿਤਾਬ ਕਰਦੇ ਆ ਇੱਥੇ। 18/25 ਦਾ ਇਸ ਬਚੀ ਹੋਈ ਸੈਲਰੀ ਦਾ ਕਿੰਨਾ ਲਾਇਆ ਉਹਨੇ ਟਰਾਂਸਪੋਰਟੇਸ਼ਨ ਤੇ, 1/3 ਬਚੀ ਹੋਈ ਦਾ। ਜਿਹੜੀ ਹੁਣ ਬਚੀ ਆ 18/25 ਬਚੀ ਆ। ਮੇਰੀ ਗੱਲ ਸਮਝ ਗਿਆ ਚੀਜ਼ ਯਾਰ। ਇੱਕ ਗੱਲ ਬੜੇ ਧਿਆਨ ਨਾਲ ਦੱਸਿਓ, ਬਹੁਤ ਧਿਆਨ ਨਾਲ ਦੇਖੋ। ਉਹਦੇ ਕੋਲ ਕਿੰਨੀ ਸੈਲਰੀ ਬਚ ਗਈ, 18/25 ਬਚੀ ਹੋਈ ਆ ਹਜੇ ਉਹਦੇ ਕੋਲ ਸੈਲਰੀ। 3/10 ਇੱਧਰ ਲੱਗ ਗਈ, ਜੋ ਵੀ ਬਚਿਆ 7/25 ਇੱਧਰ ਲੱਗ ਗਈ। ਆਹ ਹਿਸਾਬ ਕਿਤਾਬ ਕਰਕੇ ਉਹਦੇ ਕੋਲ 18/25 ਬਚੀ ਹੋਈ ਆ ਨਾ। ਹੁਣ ਤੁਹਾਡੇ ਸਾਹਮਣੇ ਹੀ ਆ। ਪਹਿਲਾਂ ਆ ਸੀ, ਇਹਨੂੰ ਕਹਿੰਦੇ ਆ ਬਚੀ ਹੋਈ ਨੂੰ ਕਹਾਂਗੇ ਰਿਮੇਨਿੰਗ। ਰਿਮੇਨਿੰਗ ਦੇ ਵਿੱਚੋਂ ਅੱਧੀ ਲੱਗ ਗਈ। ਆਹ ਕਿਹੜੀ ਆ ਗਈ ਭਲਾ, ਬਚੀ ਹੋਈ, ਜਾਨੀ ਕਿ ਰਿਮੇਨਿੰਗ। ਹੁਣ ਇਸ ਰਿਮੇਨਿੰਗ ਦਾ ਅੱਗੇ ਕਿੰਨਵਾਂ ਹਿੱਸਾ ਖਰਚਿਆ ਗਿਆ ਓਏ, ਇਸ 18/25 ਦਾ ਕਿੰਨਵਾਂ ਹਿੱਸਾ ਖਰਚਿਆ ਗਿਆ, 1/3। ਇਸ ਦਾ 1/3 ਖਰਚਿਆ ਗਿਆ। 18/25 ਦਾ 1/3 ਕਿੰਨਾ ਹੁੰਦਾ ਹੈ, 18/25 ਦਾ 1/3 ਕਿੰਨਾ ਹੁੰਦਾ ਹੈ, ਕਿੰਨਾ, 6/25 ਪੱਕਾ ਨਾ। 18/25 ਗੁਣਾ 1/3 6/25। ਬਚੀ ਦੱਸੋ ਕਿੰਨੀ ਆ, ਉਹ ਕਿੰਨੀ ਬਚੀ ਆ, 19/25। ਆ ਚੱਕੋ ਜੀ, ਐਂਡ 'ਚ ਉਹ ਬੰਦਾ 19/25 ਸੈਲਰੀ ਬਚਾ ਲਿਆ। ਤੇ ਪੇਪਰ 'ਚ ਸਵਾਲ ਪਤਾ ਕੀ ਆ ਸਕਦਾ ਸੀ, ਅਖੀਰ ਵਿੱਚ ਉਸ ਬੰਦੇ ਨੇ ਤੇ 3800 ਰੁਪਇਆ ਬਚਾਇਆ। ਕਿੰਨਾ ਰੁਪਇਆ ਬਚਾਇਆ, ਅਖੀਰ ਵਿੱਚ ਉਸ ਬੰਦੇ ਨੇ 3800 ਰੁਪਇਆ ਬਚਾਇਆ। ਦੱਸੋ ਦੀ ਕੁੱਲ ਸੈਲਰੀ ਕਿੰਨੀ ਸੀ। ਅਖੀਰ ਵਿੱਚ ਉਸ ਬੰਦੇ ਨੇ ਕਿੰਨੇ ਰੁਪਏ ਬਚਾਏ ਆ, 3800। ਕਿੱਡਾ ਔਖਾ ਸਵਾਲ ਆ। ਸਵਾਲ ਦਾ ਔਖਾਪਨ ਪਤਾ ਕੀ ਆ, ਆਹ ਸਵਾਲ ਕਹਿੰਦਾ ਇੰਨੀ ਇੱਥੇ ਖਰਚ ਲਈ, ਬਚ ਗਈ। ਬਚੀ ਹੋਈ ਦਾ ਇੱਕ ਹਿੱਸਾ ਇੱਥੇ ਖਰਚ ਲਿਆ, ਆਹ ਬਚ ਗਈ। ਬਚੀ ਹੋਈ ਦਾ ਇੱਕ ਹਿੱਸਾ ਇੱਥੇ ਖਰਚ ਲਿਆ ਤੇ ਆਹ ਬਚ ਗਈ 19/25। ਤੇ ਜਿਹੜੀ ਅਖੀਰ 'ਚ ਬਚੀ ਹੋਈ ਸੈਲਰੀ ਆ ਕਿੰਨੀ ਆ, ਉਹ 3800। ਹੁਣ ਤੁਸੀਂ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ, ਠੀਕ ਆ। ਸ਼ੁਰੂ 'ਚ ਮੈਂ 3800 ਤਾਂ ਨਹੀਂ ਸੀ ਦੱਸਿਆ ਕਿਉਂਕਿ ਮੈਨੂੰ ਨਹੀਂ ਨਾ ਪਤਾ ਕਿ ਐਂਡ 'ਚ ਕੀ ਆਉਣਾ ਹੈ। ਤਾਂ ਐਂਡ 'ਚ ਉਹਦੇ ਕੋਲ ਸੈਲਰੀ ਕਿੰਨੀ ਬਚ ਗਈ ਆਪਣੇ ਕੋਲ, 3800।
ਇਹਦਾ मतलब ਜਿਹੜੀ ਬਚੀ ਹੋਈ ਸੈਲਰੀ ਆ ਉਹਨੂੰ ਕੀ ਕਰੀਏ ਆਪਾਂ। ਹੁਣ ਆ ਜਾਓ ਦੁਬਾਰਾ ਇਸ ਸਵਾਲ 'ਚ, ਜੇ ਐਵੇਂ ਦਾ ਕੋਈ ਸਵਾਲ ਆ ਜੇ ਨਾ, ਸੁਣੋ ਮੇਰੀ ਗੱਲ, ਸ਼ੁਰੂ ਵਾਲੀ ਸੈਲਰੀ x ਆ, ਸ਼ੁਰੂ ਵਾਲੀ ਸੈਲਰੀ ਕਿੰਨੀ ਆ x, ਉਹਦਾ ਇੱਕ ਹਿੱਸਾ ਇੱਧਰ ਗਿਆ 3/x, ਦੂਜਾ ਹਿੱਸਾ ਇੱਧਰ ਗਿਆ 7/x, ਉਸ 7 ਦਾ ਇੱਕ ਇੱਧਰ ਗਿਆ 7x/25, ਇੱਕ ਹਿੱਸਾ ਇੱਧਰ ਗਿਆ 18x/25, ਇੱਕ ਹਿੱਸਾ ਇੱਧਰ ਗਿਆ 6x/25, ਇੱਕ ਹਿੱਸਾ ਇੱਧਰ ਗਿਆ 19x/25। ਦੱਸੋ ਐਂਡ 'ਚ ਕਿਹੜੀ ਸੈਲਰੀ ਹੈ ਜੋ ਬਚੀ ਉਹਦੀ 19x/25, ਉਹ ਆਹੀ ਬਚੀ ਆ। ਐਂਡ 'ਚ ਉਹਦੀ ਜਿਹੜੀ ਸੈਲਰੀ ਬਚੀ ਹੋਈ ਆ ਉਹ 19x/25 ਹੈ। ਇਸ ਜੇ ਬਰਾਬਰ ਹੈ ਕਿਸ ਦੇ 3800 ਦੇ, ਉਹ ਇਹ ਕਿਹਦੇ ਬਰਾਬਰ ਆ 3800 ਦੇ 19x/25। ਇਹ 19x/25 ਕਿਉਂ ਆ ਪਤਾ ਲੱਗ ਗਿਆ, ਕਿਉਂਕਿ ਤੁਸੀਂ ਕੁੱਲ ਮੰਨ ਕੇ ਸ਼ੁਰੂ ਵਾਲੀ ਸੈਲਰੀ ਨੂੰ ਕਿੰਨਾ ਮੰਨ ਲਿਆ ਸੀਗਾ x ਦਾ 3/10 ਫੂਡ ਤੇ ਖਰਚਿਆ ਗਿਆ। ਦੱਸੋ ਕਿ x ਦਾ ਕਿੰਨਾ ਬਚ ਗਿਆ 7/10, 7/10 ਕਿਸ ਦਾ x ਦਾ। ਫਿਰ ਆ ਜਾਓ ਇਸ ਦਾ 7/25 ਇੱਥੇ ਖਰਚਿਆ ਗਿਆ, ਕਿੰਨਾ ਬਚ ਗਿਆ 18/25, ਕਿਉਂਕਿ 7/10 ਜੇ 7/25 ਵਰਤਿਆ ਗਿਆ ਤੇ ਬਚਿਆ ਹੋਇਆ 18/25, ਕਿਉਂਕਿ ਉੱਪਰਲੇ ਜੋੜ ਕੇ ਥੱਲੜੇ ਦੇ ਬਰਾਬਰ ਆਉਂਦੇ ਆ। ਫਿਰ ਅੱਗੇ ਇਸ 18/25 ਦਾ 1/3 ਇੱਧਰ ਖਰਚਿਆ ਗਿਆ, ਜਾਨੀ ਕਿ 6/25 ਖਰਚਿਆ ਗਿਆ, ਤੇ ਕਿੰਨਾ ਬਚ ਗਿਆ 19/25। x ਤਾਂ ਐਂਡ 'ਚ ਲਾ ਦਈਦਾ ਹੁੰਦਾ ਹੈ ਫ੍ਰੈਕਸ਼ਨ ਵਾਲੇ ਸਵਾਲ 'ਚ। ਜੇ x ਲਾਉਣਾ ਵੀ ਪਵੇ ਨਾ, ਸਾਰਾ ਸਵਾਲ ਕੱਢ ਕੇ ਐਂਡ 'ਚ ਸਾਰਿਆਂ ਨਾਲ ਵੀ x ਲਿਖ ਦੋਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ। ਇਟ ਮੀਨਸ ਬਚੀ ਹੋਈ ਸੈਲਰੀ 19x/25 ਆ। ਇਸ 19x/25 ਨੂੰ 80 ਦੇ 3800 ਦੇ ਬਰਾਬਰ ਰੱਖੋ, 3800 ਗੁਣਾ 25/19, ਇਹ 200 ਜੋ ਵੀ ਸੀਗਾ। ਐਂਡ 'ਚ ਉਹਦੀ ਸੈਲਰੀ ਕਿੰਨੀ ਸੀਗੀ, ਸ਼ੁਰੂ 'ਚ ਕਿੰਨੀ ਸੈਲਰੀ ਸੀ ਉਹਦੀ 5000, 5 ਜੋ ਹੀ ਆਇਆ 5000 ਹੀ ਆਇਆ, ਕੈਲਕੂਲੇਸ਼ਨ ਆਪੇ ਦੇਖ ਲਿਓ। ਸੈਲਰੀ ਉਹਦੀ 5000 ਸੀਗੀ। ਇਹੀ ਸਵਾਲ ਉੱਪਰ ਆ ਜੀ ਜਿਹੜਾ ਆਪਾਂ ਨੂੰ ਇੱਥੇ ਪੁੱਛਿਆ ਗਿਆ ਹੈ, ਪਰ ਪਤਾ ਕੀ ਆ, ਇਹ ਸਵਾਲ ਦਾ ਚਵਾਨੀ ਦਾ ਸਵਾਲ ਨਹੀਂ ਹੈਗਾ। ਇਹਦੇ 'ਚ ਉਹਨਾਂ ਨੇ ਉਲਝਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਬਚੀ ਹੋਈ ਸੈਲਰੀ ਦਾ ਇੰਨਾ। ਇਹ ਤਾਂ ਸਵਾਲ ਹੀ ਬਹੁਤ ਸੌਖਾ ਹੈ। ਕਹਿੰਦਾ ਇੱਕ ਬੰਦੇ ਦੀ ਜਿੰਨੀ ਸੈਲਰੀ ਆ ਉਹਦਾ ਕਿੰਨਵਾਂ ਹਿੱਸਾ ਹਾਊਸ ਰੈਂਟ ਤੇ ਲਾਉਂਦਾ ਹੈ 2/5। ਜਿੰਨੀ ਸੈਲਰੀ ਆ ਉਹਦੀ ਸੈਲਰੀ ਆ ਪਈ, ਉਹਦਾ ਇੱਕ ਹਿੱਸਾ 2/5। ਫਿਰ ਦੂਜੇ ਪਾਸੇ ਆ ਜਾਓ 3/10, ਉਹ ਕਿੱਥੇ ਲਾਉਂਦਾ ਭਲਾ ਭੋਜਨ ਤੇ, ਬਚੀ ਹੋਈ ਦਾ ਤਾਂ ਨਹੀਂ ਲਾਉਂਦਾ, ਟੋਟਲ ਦਾ ਹੀ ਆ 3/5 ਲਾਉਂਦਾ ਇੱਥੇ। 3/10 ਤੀਜਾ ਹਿੱਸਾ, ਬਚੀ ਹੋਈ ਦਾ ਕੋਈ ਰੌਲਾ ਪਾਇਆ ਉਹਨੇ, ਐਵੇਂ ਦਾ ਕੋਈ ਕਨਫਿਊਜ਼ਨ ਹੀ ਨਹੀਂ ਕ੍ਰੀਏਟ ਕੀਤੀ। ਤੇ 1/8 ਲਾਉਂਦਾ ਇਹਦੇ ਤੇ, 1/8 ਲਾਉਂਦਾ ਇਹਦੇ ਤੇ, ਆਹੀ ਆ 2/5 3/10 ਤੇ 1/8, 2/5 3/10 ਤੇ 1/8, 2 5 10 ਤੇ 8। ਸਟੈਪ ਬਾਏ ਸਟੈਪ ਐਲਸੀਐਮ ਲੈਣਾ ਸਿੱਖ ਲਓ, ਨਹੀਂ ਤਾਂ ਤੁਹਾਨੂੰ ਸ਼ਾਰਟਕਟ ਨਾਲ ਵੀ ਆਉਂਦਾ ਹੋਊਗਾ, ਤੇ ਸ਼ਾਰਟਕਟ ਵਾਲੇ ਚੱਲਦੇ ਨਹੀਂ ਹੁੰਦੇ। ਇਹਨੂੰ 2 ਨਾਲ ਕਰਦੇ ਕੁਰਦੇ ਦੇਖੋ ਖੱਜਲ ਹੁੰਦੇ। ਦੇਖੋ ਇਹ ਸ਼ਾਇਦ ਐਲਸੀਐਮ ਕਿੰਨਾ ਆ ਜਾਊਗਾ ਇਹਦਾ 40 ਆ ਜਾਊਗਾ। 40 ਨੂੰ 5 ਨਾਲ ਭਾਗ ਕੀਤਾ 8, 8 ਦੂਣੀ ਕਿੰਨਾ ਆ ਗਿਆ 16, 3 ਨਾਲ ਕਿੰਨਾ ਆ ਗਿਆ 12, 8 ਨਾਲ 5 16 ਤੇ 12 28, 28 ਤੇ 5 33। ਇਟ ਮੀਨਸ ਕੋਈ ਦੱਸ ਸਕਦਾ ਕਿੰਨੀ ਰਿਮੇਨਿੰਗ ਆ, ਬਚੀ ਕਿੰਨੀ ਆ 7/40। ਤੁਸੀਂ ਕਹੋਗੇ ਇੰਨੀ ਕਾਲੀ ਕਿਉਂ ਆ, ਇਹਦਾ ਮਤਲਬ ਸਾਰੇ ਪਾਸੇ ਖਰਚ ਖੁਰਚ ਕੇ 33/40 ਆ, ਤੇ ਬਚੀ ਕਿੰਨੀ ਆ 7/40। ਕਿਉਂਕਿ ਜੇ ਸਾਰੀ ਖਰਚ ਕੇ 33/40 ਆ, ਤਿੰਨਾਂ ਨੂੰ ਜੋੜਨ ਤੋਂ ਬਾਅਦ ਇਹ 33/40 ਆ, ਤਾਂ ਬਚੀ ਕਿੰਨੀ ਭਲਾ 7/40। ਪੰਜਾਬੀ ਇਹ ਕਹਿੰਦੀ ਆ ਕਿ 40 ਚੋਂ 33 ਹਿੱਸੇ ਖਰਚੇ ਗਏ ਤੇ ਬਚੇ ਕਿੰਨੇ 40 ਚੋਂ 7। ਫ੍ਰੈਕਸ਼ਨ ਦਾ ਮਤਲਬ ਹੀ ਇਹ ਹੁੰਦਾ ਨਾ, ਜਦੋਂ ਤੁਹਾਨੂੰ ਕਿਸੇ ਨੇ ਕਹਿਤਾ ਕਿ ਤੁਹਾਡੇ ਕੋਲ ਇੱਕ ਕੇਕ ਸੀ, ਤੁਸੀਂ ਉਹਦਾ 1/4 ਖਾ ਲਿਆ, ਕਿੰਨਾ ਬਚਿਆ, ਆਹ ਕੇਕ ਸੀ, ਇਸ ਕੇਕ ਦਾ 1/4 ਚੌਥਾ ਹਿੱਸਾ ਖਾ ਲਿਆ, 1 2 3, ਕਿੰਨਾ ਬਚਿਆ ਭਲਾ 3/4। ਇਹੀ ਕਨਸੈਪਟ ਹੁੰਦਾ ਨਾ ਆਪਣਾ, ਬੇਸਿਕਸ ਤਾਂ ਇੱਥੋਂ ਹੀ ਚੱਲਦਾ ਨਾ ਸਾਰਾ। ਭਿੰਨ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ ਤੇ ਇੰਗਲਿਸ਼ 'ਚ ਫ੍ਰੈਕਸ਼ਨ ਕਹਿ ਦਿੰਦੇ ਆ, ਠੀਕ ਹੈ। ਇਹਦਾ ਮਤਲਬ ਬਚੀ ਕਿੰਨੀ 7/x, 7/40। ਸਵਾਲ ਹੀ ਬੜਾ ਸੌਖਾ ਹੈ। ਸ਼ੁਰੂ ਵਾਲੀ x ਸੀ, ਖਰਚੀ ਕਿੰਨੀ ਗਈ 33x/40, ਤੇ ਬਚੀ ਕਿੰਨੀ 7x/40। ਜਿਹੜੀ ਬਚੀ ਹੋਈ ਸੈਲਰੀ ਆ 7x/40, ਉਹ ਕਿਹਦੇ ਬਰਾਬਰ ਦਿੱਤੀ ਹੋਈ ਆ 1400 ਦੇ। ਸਵਾਲ ਦੇ ਮੁਤਾਬਕ ਬਚੀ ਹੋਈ ਸੈਲਰੀ ਕਿੰਨੀ ਆ 1400। ਇੱਥੋਂ x ਕੱਢੋ, x ਕਿੰਨਾ ਆ ਗਿਆ 1400 ਗੁਣਾ 40/7, 200, x ਆ ਗਿਆ 8000। ਹੈਗਾ ਕੋਈ ਆਪਸ਼ਨ 8000 ਹੈ? ਇਹ ਕੀ ਹੋਇਆ, ਇਹ ਕੀ ਹੋ ਗਿਆ? ਅੱਛਾ, ਉਹਦੀ ਕੁੱਲ ਸੈਲਰੀ ਕਿੰਨੀ ਆ ਗਈ 8000। ਉਹਨਾਂ ਨੇ ਪੁੱਛਿਆ ਪਤਾ ਕੀ ਆ, ਕਹਿੰਦਾ ਭੋਜਨ ਤੇ ਡੋਮੈਸਟਿਕ ਐਕਸਪੈਂਡੀਚਰ ਤੇ ਕੁੱਲ ਖਰਚਾ ਪਤਾ ਕਰੋ। ਉਹਨੇ ਕੁੱਲ ਖਰਚਾ ਆਇਆ ਆਪਣੇ ਕੋਲ 8000। ਦੱਸੋਗੇ ਉਹਨੇ ਡੋਮੈਸਟਿਕ ਐਕਸਪੈਂਡੀਚਰ ਤੇ 8000 ਦਾ ਕਿੰਨਵਾਂ ਹਿੱਸਾ ਖਰਚਿਆ ਹੈ? ਐਕਸਪੈਂਡੀਚਰ ਤੇ ਕਿੰਨਾ ਖਰਚਿਆ ਹੈ 1/8, ਕਿੰਨਾ ਹੋ ਗਿਆ ਭਲਾ 1000। ਫੂਡ ਤੇ ਕਿੰਨਾ ਖਰਚਿਆ ਹੈ
3/10 ऑफ किहदा भला 8000 कितना आ गया 2400 तो 2400 ते 1000 कितना आ गया 3400 आंसर फिर नहीं है इत्थे कोई। हाँ जी कैलकुलेशन ठीक है अपनी मतलब कैलकुलेशन मुक्कदी गल ये कैलकुलेशन के मामले च मेरा ट्रैक रिकॉर्ड खराब ही रहा है ठीक है। मकसद की आ आ दसन का ठीक है क्योंकि जे तुसी 40 च 20 नहीं जोड़ सकते तो तुसी नौकरी लैण दे हकदार नहीं। मैं तो वैसे ही नहीं हैगा ठीक है क्योंकि मेरिया कैलकुलेशन तो वैसे ही क्लीयर तुहानूं पता लग ही गई। पर एक गल दसो ये समझ आ गया कि जे तुहानूं कोई ये कहे एक तरीका ये आ गल करन दा कि बई तुसी अपनी कमाई का 1/4 इत्थे लाया 2/3 इत्थे लाया 5 इन्ना इत्थे लाया बचिया होया किन्ना है। दूजा तरीका औखा है कि तुसी अपनी कमाई का 1/3 इत्थे लाया तो बची हुई कमाई का 4/5 इत्थे लाया। समझ गए ना गल। पहला तुसी अपनी कमाई का 1/4 खर्चिया मान लो जिहड़ी बच गई कमाई उहदा 1/3 खर्चना आ दो सवालों च फर्क आ। मैं तुहानूं दोवें सवाल कराते एक वो सवाल जो दिस रहा सीगा एक वो सवाल जो दिस नहीं सी रहा बची हुई सैलरी वाला। देखो एक गल बड़ी क्लीयर आ मैथ सीखना है ना मैं हमेशा एक गल कहना कि मैथ्स नूं करन दा एक तरीका है ऐप ते जाके जिहड़ियां अपनियां बेसिक मैथ्स दीयां वीडियोज़ ने ना उन्हां तो स्टार्ट कर लिओ। एक गल क्लीयर आ कि बेसिक मैथ्स दीयां सारियां वीडियोज़ नूं करन तो बाद जिहड़े बंदे दा पद्धर PPSC लैवल तक दा मत्था मारदा है वो उस तो बाद रिमाइंडर थ्योरम जरूर करे। दूजे वाला रिमाइंडर थ्योरम नूं स्किप कर सकदा है। रिमाइंडर थ्योरम नूं छड्ड के बाकी हजे तक कोई इहो जिहा चैप्टर नहीं आया सिंपलीफिकेशन 1 सिंपलीफिकेशन 2 बेसिक मैथ्स रिमाइंडर थ्योरम अर्थमैटिक रीजनिंग जिहड़ा तुसीं छड्ड सकदे हो। कोई भी मैथ सवाल जिहड़ा है जां कोई भी चैप्टर छड्डिया नहीं जा सकदा। स्ट्रैटेजी इक्को रखियो सारे दे सारे सवाल अपनी स्पैशल कॉपी ते करो नोट्स बनाओ दे ਜਿਹੜੇ ਬੰਦੇ ਦਾ मैथ आसान आ ਜਿਹੜੇ ਬੰਦੇ ਦਾ मैथ ठीक आ ਉਹਦੇ ਵਾਸਤੇ ਮੇਰਾ ਪੜਾਇਆ ਇਹ मैथ एक मजाक हो सकता है तो ਹੁੰਦਾ भी आ ਤੇ ਇਹਦੇ 'ਚ ਕੋਈ ਦੋ ਰਾਏ ਨਹੀਂ। बहुत नॉर्मल जी गल आ किसी बंदे का मैथ स्ट्रोंग होना ये कोई बहुत तगड़ी गल नहीं हैगी। हाँ मैथ वीक होना भी कोई हैरानी वाली गल नहीं गी ये कोई घबराने वाली गल नहीं। जेड़े बंदे का मैथ वीक है इक्को फार्मूला है एक पास्यों लग जाए जीरो तो स्क्रैच तो बस चली जाए। एक बार कईयां दी ये डाउट आ एक दो फोन आए सी कि जी जेड़ा रिमाइंडर थ्योरम वाला चैप्टर आ ना जी वो नहीं समझ आया तुहाडा बाकी सारा समझ आ गया। जे मैं बाकी मैथ वधिया पढ़ा सकदा तो मतलब मेरे पढ़ाउण च कमी है नहीं। जे तुसी बाकी चैप्टर समझ सकते हो समझण थोड़े च कमी नहीं बस इक्को चीज़ च कमी आ। तुसी ये किवें समझ लिया कि जेड़े मैथ नूं 6वीं तो लैके 10वीं तक कराया जाता है वो मैथ तुहानूं पहली बार च समझ आ जाए। जेड़ा शर्त ये आ कि तुहानूं अज तक आया नहीं वो मैथ नूं इज्जत दो। जे कोई एक बारी सबजैक्ट चैप्टर समझ नहीं ना आया वो 2 बार करो 3 बार करो तीजी बार उही रिमाइंडर थ्योरम करके देखियो दस्सिओ कि समझ नहीं आई। ਜਿਹੜੇ ਲੋਕਾਂ ਨੂੰ ਮੈਥ ਆਉਂਦਾ ਨਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਸਾਨੂੰ ਰਿਮਾਈਂਡਰ ਥਿਊਰਮ ਸਮਝ ਨਹੀਂ ਆਈ ਬਹੁਤ ਔਖੀ ਲੱਗੀ ਆ ਤੁਸੀਂ ਚੰਗੇ ਤੋਂ ਚੰਗੇ ਪੜ੍ਹੇ ਵਾਲੇ ਨੂੰ ਦੱਸੋ ਕਿ 20 ਦੀ ਪਾਵਰ 21 ਜਿਹੜਾ ਇਹਨੂੰ ਜਦੋਂ 19 ਨਾਲ ਭਾਗ ਕਰਿਆ ਰਿਮਾਈਂਡਰ ਦੱਸੋ ਕਿੰਨਾ ਹੈ। ਸਿਆਣਿਆਂ ਤੋਂ ਸਿਆਣਿਆਂ ਦੇ ਪਸੀਨੇ ਆ ਜਾਣਗੇ ਇਸ ਸਵਾਲ ਤੇ। ਇਟ ਮੀਨਸ ਜੇ ਤੁਹਾਨੂੰ ਔਖਾ ਲੱਗ ਰਿਹਾ ਹੈ ਦੁਬਾਰਾ ਕਰੋ ਤੀਜੀ ਵਾਰ ਕਰੋ ਨੋਟਸ ਬਣਾ ਲਓ ਫਿਰ ਕੀ ਆ ਜਿਸਤ ਸੰਖਿਆਵਾਂ ਟਾਂਕ ਸੰਖਿਆਵਾਂ ਈਵਨ ਔਡ ਦੇ ਅੱਖੋ ਅੱਡ ਫਾਰਮੂਲੇ ਆ ਯਾਰ ਫਿਰ ਕੀ ਆ ਜੇ ਪਹਿਲੀ ਵਾਰ ਤੁਸੀਂ a+b ਤੇ a+b ਦੇ ਸਕੁਅਰ ਪੜ੍ਹੇ ਆ ਜਾਣਗੇ ਹੌਲੀ ਹੌਲੀ। ਪਰ ਬੇਸਿਕਸ ਤੋਂ ਕਰਦੇ ਰਹੋ ਮੈਥ 'ਚ ਕਿਤੇ ਵੀ ਕੰਪਰੋਮਾਈਜ਼ ਨਹੀਂ। ਤੁਸੀਂ ਸੋਚ ਕੇ ਦੇਖੋ ਹਜੇ ਤੱਕ ਮੈਂ ਇੱਕ ਐਵਰੇਜ ਵਾਲਾ ਚੈਪਟਰ ਹੀ ਆ ਜਿਹੜਾ ਆਮ ਟ੍ਰੈਡੀਸ਼ਨਲ ਜਿਹਾ ਚੈਪਟਰ ਸਾਰੇ ਕਰਾ ਦਿੰਦੇ ਹੋ ਮੈਂ ਕਰਾਇਆ ਹੈ। उस तो बिना हजे तक मैं तुहानूं सिंपलीफिकेशन 1 सिंपलीफिकेशन 2 बेसिक मैथ्स अर्थमैटिक रीजनिंग इन्हां चैप्टरां ते उलझा रहे हैं। इहदी एक वजह है साफ ਤੁਸੀਂ ਨੈਬ ਤਹਿਸੀਲਦਾਰ ਦੇ ਪੇਪਰ 'ਚ ਦੇਖਿਆ ਕਿ ਮੈਥ ਦੇ ਵਿੱਚ ਬਾਕੀ ਚੈਪਟਰਾਂ ਦੀ ਬਜਾਏ ਆਹੀ ਇੱਧਰਲਾ ਕਨਸੈਪਟ ਕਿੰਨਾ ਆਇਆ ਵੈਨ ਡਾਇਗਰਾਮ ਦੀ ਇੱਕ ਰੋਲ ਸੀਗਾ। ਬਾਕੀ ਅਰਥਮੈਟਿਕ ਰੀਜ਼ਨਿੰਗ ਕਿੰਨੀ ਆਈ ਆ ਕਿ ਜੀ ਇੱਕ ਪੈਨ ਨਾਲ ਇੰਨੀਆਂ ਪੈਨਸਲਾਂ ਫਰੀ ਆ ਪਤਾ ਨਹੀਂ ਸਿੱਕੇ ਫਰੀ ਆ ਜੇ ਇੱਕ ਪੈਨ ਨਾਲ ਇੰਨੇ ਸਿੱਕੇ ਲਓਗੇ ਤਾਂ ਇੰਨੇ ਹੋਰ ਫਰੀ ਆ। ਇਹ ਦੱਸੋ ਕਿਹੜੇ ਐਵਰੇਜ ਦਾ ਸਵਾਲ ਆ। ਇਟ ਮੀਨਸ ਸਵਾਲ ਬੇਸਿਕਸ ਤੋਂ ਆਏ ਆ ਤੇ ਬਹੁਤ ਔਖੇ ਆਏ ਆ। ਬੜੇ ਵਿੱਚੋਂ ਇਹੋ ਜਿਹੇ ਸਿਆਣੇ ਵੀ ਕਹਿਣਗੇ ਕਿ ਮੈਥ ਬਹੁਤ ਸੌਖਾ ਆ ਜੀ ਐਂ ਕਰ ਦਾਂਗੇ ਉਹ ਕਰ ਦਾਂਗੇ ਪਰ ਰੌਲਾ ਤੁਹਾਡੇ ਕਰਨ ਨਾਲ ਨਿਗਾ। ਰੌਲਾ ਇਸ ਚੀਜ਼ ਦਾ ਹੈ ਕਿ ਤੁਸੀਂ ਉਹ ਮੈਥ ਕਿਸੇ ਨੂੰ ਇਸ ਲਾਇਕ ਬਣਾਇਆ ਕਿ ਉਹਨੂੰ ਉਹ ਮੈਥ ਨਿਕਲਦਾ ਹੋ ਜੇ ਉਹਦਾ ਤੁਹਾਡੇ ਕੋਲੋਂ ਹੋ ਜਾਊਗਾ। ਇਹਦੇ 'ਚ ਕੀ ਔਖੀ ਗੱਲ ਆ। MSc ਕੀਤੀ ਹੋਈ ਆ ਮੈਥ ਕੀਤਾ ਹੋਇਆ B.Tech ਕਰੀਆਂ ਹੋਈਆਂ ਯਾਰ ਤੁਸੀਂ ਟੀਚਰ ਇਸ ਕਰਕੇ ਥੋੜ੍ਹਾ ਹੋ ਕਿ ਤੁਸੀਂ ਮੈਥ ਤੁਹਾਡੇ ਕੋਲ ਨਿਕਲਦਾ ਹੈ। ਕਿਸੇ ਨੇ ਕੀ ਲੈਣਾ ਤੁਹਾਡੇ ਤੋਂ ਮੈਥ ਨਾਲੇ ਜੇ ਏਡੇ ਜੋਗੇ ਹੁੰਦੇ ਤਾਂ ਤੁਸੀਂ ਆਪ ਨਾ ਉਸ ਪੇਪਰ 'ਚ ਮੂਰਲੇ ਪੰਜਾਂ 'ਚ ਹੁੰਦੇ। ਇਟ ਮੀਨਸ ਤੁਹਾਨੂੰ ਵੀ ਤਾਂ ਇਕੱਲਾ ਮੈਥ ਹੀ ਆਉਂਦਾ। मैथ तुसी टीचर हो तो टीचर की रिस्पोंसिबिलिटी तो समझो कि मैथ आना नहीं कराना पैंदा है। तो ये काबलीयत देखो कि तुसी वो मैथ किसी को किवें सिखा सकते हो। मेरे हिसाब नाल जिहड़ा मैथ नैब तहसीलदार च आया सीगा वो सिखाउणा बहुत औखा है।
ਬਹੁਤ ਬੇਸਿਕਸ ਤੋਂ ਚੱਲ ਕੇ ਬਹੁਤ ਹਾਈ ਲੈਵਲ ਤੱਕ ਜਾਣਾ ਪੈਂਦਾ ਹੈ, ਫਿਰ ਜਾ ਕੇ ਉਹ ਮੈਥਸ ਆਊਗਾ। ਸਟ੍ਰੈਟੇਜੀ ਇੱਕੋ ਹੀ ਆ। ਮੈਂ ਕਿਤਾਬਾਂ ਰਿਕਮੈਂਡ ਕੀਤੀਆਂ ਹੋਈਆਂ, ਤੁਹਾਡੇ ਕੋਲ ਜਿਹੜੀਆਂ ਵੀ ਕਿਤਾਬਾਂ ਮੈਥਸ ਪੜ੍ਹਨ ਵਾਸਤੇ ਹੈਗੀਆਂ ਉਹ ਸਾਰੀਆਂ ਕਿਤਾਬਾਂ ਬਹੁਤ ਸਹੀ ਆ। ਬਸ ਇੱਕ ਕਿਤਾਬ ਹਾਈ ਲੈਵਲ ਦੇ PPSC ਲੈਵਲ ਤੱਕ ਜਿਹੜੀ ਮੈਂ ਪਿਛਲੇ 1.5 ਮਹੀਨੇ ਤੋਂ ਰਿਕਮੈਂਡ ਕਰਦਾ ਆ ਰਿਹਾ, ਗੇਟ ਦੀ ਕਿਤਾਬ, ਜਿਹਦਾ ਕਿ ਲਿੰਕ ਮੈਂ ਐਪ 'ਚ ਵੀ ਪਾ ਰੱਖਿਆ ਹੈ, YouTube ਦੀ ਵੀਡੀਓ 'ਤੇ ਵੀ ਦੱਸ ਰੱਖਿਆ ਕਿ ਆਹ ਕਿਤਾਬ ਮੰਗਾ ਲਓ। ਇਹ PPSC ਨੂੰ 1.5 ਮਹੀਨਾ ਪਹਿਲਾਂ ਦੱਸਦਾ ਸੀ, ਤੇ ਤੁਸੀਂ ਆਪ ਦੱਸੋ ਕਿ ਉਸ ਕਿਤਾਬ ਦੇ ਵਿੱਚੋਂ ਮੈਥ ਰੀਜ਼ਨਿੰਗ ਦੇ ਨੈਬ ਦੇ ਕਿੰਨੇ ਸਵਾਲ ਡਾਇਰੈਕਟ ਆਏ ਆ। ਤੇ ਉਹ ਕਿਤਾਬ 'ਚ ਕੁੱਲ ਮਿਲਾ ਕੇ ਸਵਾਲਾਂ ਦੀ ਗਿਣਤੀ ਨਾ 300 ਤੋਂ ਵੱਧ ਨਹੀਂ ਹੈਗੀ, 300-400 ਤੋਂ, ਸਾਰੀ ਮੈਥ ਦੇ ਰੀਜ਼ਨਿੰਗ ਦੇ ਮਿਲਾ ਕੇ। ਉਸ ਕਿਤਾਬ ਨੂੰ ਪ੍ਰੈਕਟਿਸ ਬੁੱਕ ਦੇ ਤੌਰ ਤੇ ਵਰਤਿਆ ਜਾ ਸਕਦਾ, ਇੱਥੇ ਨਹੀਂ, ਪ੍ਰੈਕਟਿਸ ਬੁੱਕ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਇਹ ਨਾ ਹੋਵੇ ਉਹ 'ਚੋਂ ਮੈਥ ਸਿੱਖਣ ਲੱਗ ਪਓ, ਸਿੱਖੋ ਆਪੋ ਆਪਣੇ ਜੰਤਰਾਂ ਤੋਂ ਜਿੱਥੋਂ ਤੁਸੀਂ ਕਰ ਰਹੇ ਹੋ, ਉਤੋਂ ਤਾਂ ਬਸ ਪੜ੍ਹੋ। ਅੱਜ ਲਈ ਇੰਨਾ ਹੀ ਬਹੁਤ ਆ, ਕਰਦੇ ਹਾਂ ਸਟਾਰਟ।